ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਤਰਨਤਾਰਨ ਵਿੱਚ ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਦੀ ਸਹਾਇਤਾ ਨਾਲ ਹਰੀਕੇ ਵਿੱਚ 212 ਏਕੜ ਵਿੱਚੋਂ 99 ਏਕੜ ਪੰਚਾਇਤੀ ਜ਼ਮੀਨ ਤੇ ਪੰਚਾਇਤੀ ਮਾਲਕੀ ਹੱਕ ਦੱਸਦੇ ਕਬਜ਼ਾ ਲਿਆ ਗਿਆ, ਜਿਸ ਦੀ ਅੱਜ ਹਰੀਕੇ ਵਿੱਚ ਸਰਕਾਰ ਵੱਲੋਂ ਐਕਵਾਇਰ 99 ਏਕੜ ਦੀ ਬੋਲੀ ਰੱਖੀ ਗਈ। ਪਰ 99 ਏਕੜ ਵਿੱਚ ਸਿਰਫ ਪ੍ਰਸ਼ਾਸਨ 47 ਏਕੜ 6 ਕਨਾਲ ਜ਼ਮੀਨ ਦੀ ਬੋਲੀ ਕਰਵਾ ਪਾਇਆ। ਇਹ ਬੋਲੀ 8,36,000 ਵਿੱਚ ਕਰਵਾਈ ਗਈ ਤੇ ਬਾਕੀ 48 ਏਕੜ ਤੋਂ ਵੱਧ ਜ਼ਮੀਨ ਤੇ ਕਿਸਾਨਾਂ ਦਾ ਸਟੇ ਹੋ ਬੋਲੀ ਨਹੀਂ ਕਰਵਾਈ। ਸਾਡੇ 47 ਏਕੜ ਤੇ 6 ਕਨਾਲ ਦੀ ਬੋਲੀ ਅਸੀਂ ਕੀਤੀ ਹੈ। ਟੋਟਲ 8,36,000 ਦੇ ਵਿੱਚ ਕੀਤੀ ਹੈ। 47 ਏਕੜ ਤੇ 6 ਕਨਾਲ ਇਹਦੀ ਬੋਲੀ ਹੋਈ ਹੈ। ਬਾਕੀ 41 ਏਕੜ ਰਹਿੰਦੇ ਉਹਦੇ ਸਾਨੂੰ ਸਟੇ ਦਿੱਤੇ ਆ, ਉਹਦਾ ਅਸੀਂ ਵਿਚਾਰ ਕਰ ਰਹੇ ਹਾਂ। ਅਸੀਂ ਪ੍ਰਸ਼ਾਸਨ ਅੱਗੇ ਮੰਗ ਇਹੀ ਕੀਤੀ ਸੀ ਵੀ ਜਿਹੜੇ ਆਬਾਦਕਾਰਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਆ ਉਹਨਾਂ ਨੂੰ ਇਸ ਤਰ੍ਹਾਂ ਨਾ ਕੱਢਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਤੇ ਅਦਾਲਤੀ ਸਟੇ ਸੀ ਉਹਨਾਂ ਦੇ ਤੇ ਮਤਲਬ ਬੋਲੀ ਨਹੀਂ ਕਰਾਈ ਗਈ। ਤੇ ਉਸ ਤੋਂ ਇਲਾਵਾ ਇੱਕ ਮੰਗ ਸਾਡੀ ਇਹ ਵੀ ਸੀ ਵੀ ਜਿਹੜੀ ਸਰਕਾਰ ਦੀ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋ ਰਹੀ ਆ ਇਸੇ ਮੁੱਦੇ ਤੇ ਹੋ ਰਹੀ ਸੀ ਵੀ ਅੱਜ ਇਹ ਜਿਹੜੀ ਆ ਅੱਜ ਬੋਲੀ ਨਾ ਕਰਾਈ ਜਾਂਦੀ, ਉਸ ਤੋਂ ਜਾਂ ਕੋਈ ਅੱਗੇ 1-2 ਦਿਨ ਅੱਗਾ ਪਿੱਛਾ ਕੀਤਾ ਜਾਂਦਾ ਜੀ। ਇਹ ਜਿਹੜੇ 30-35 ਏਕੜ ਉਹ ਤੇ ਸਟੇ ਸੀਗੇ ਜੀ। ਉਸ ਤੋਂ ਇਲਾਵਾ ਬਾਕੀ ਜਿਹੜਾ ਸੀਗਾ ਉਹ ਰਕਬੇ ਦੀ ਬੋਲੀ ਹੋ ਗਈ ਆ ਜੀ। ਤੇ ਕਹਿਣਾ ਤਾਂ ਇਹੀ ਚਾਹੁੰਦੇ ਵੀ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਅਤੇ DC ਸਾਹਿਬ ਨੂੰ ਈਮੇਲ ਵੀ ਕੀਤੀ ਸੀਗੀ ਕਿ ਆ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਹੀ ਇਹ ਫੈਸਲਾ ਕੋਈ ਵੀ ਲਿਆ ਜਾਵੇ, ਪਰ ਪਤਾ ਨਹੀਂ ਕਿਉਂ ਇੰਨੀ ਜਲਦੀ ਉਹਨਾਂ ਨੂੰ ਇੰਨੀ ਕਾਹਲੀ ਸੀਗੀ ਪ੍ਰਸ਼ਾਸਨ ਨੂੰ। ਤੇ ਬੇਨਤੀ ਕਰਦੇ ਹਾਂ ਵੀ ਇਹ ਸਗੋਂ ਫੈਸਲਾ ਜਿਹੜਾ ਵਾਚਿਆ ਜਾਵੇ। ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨਵਾਂ ਕਲੇਸ਼ ਸ਼ੁਰੂ ਹੋ ਜਾਣਾ, ਕਈਆਂ ਨੇ ਕਬਜ਼ੇ ਛੱਡਣੇ ਨਹੀਂ ਗਏ, ਜਿਨ੍ਹਾਂ ਨੇ ਬੋਲੀ ਦੇਤੀ ਉਹਨਾਂ ਕਬਜ਼ੇ ਲੈਣਾ ਪੈਣਾ ਜ਼ਮੀਨਾਂ ਦੇ। ਸਾਡੇ ਆਪਸੀ ਭਰਾਵਾਂ ਦਾ ਹੀ ਕਲੇਸ਼ ਪੈਣਾ ਸ਼ੁਰੂ ਹੋ ਗਿਆ, ਜਿਹੜਾ ਇਹਦੀ ਮੰਗ ਕਰਦੇ ਹਾਂ ਵੀ ਇਹਨੂੰ ਫਿਰ ਵਿਚਾਰਿਆ ਜਾਵੇ। ਪਿੰਡ ਤਲਵੰਡੀ ਚੌਧਰੀਆਂ ਵਿੱਚ ਪਿਛਲੇ ਦਿਨੀ ਇੱਕ ASI ਵੱਲੋਂ ਮਾਮੂਲੀ ਝਗੜੇ ਵਿੱਚ ਲਾਇਸੈਂਸੀ ਦੋਨਾਲੀ 12 ਬੋਰ ਰਾਈਫਲ ਤੇ ਗੋਲੀ ਚਲਾ ਕੇ ਆਪਣੀ ਗੁਆਂਢੀ ਦੀ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਪੁਲਿਸ ਨੇ ਅਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ASI ਹਰਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਦੇ ਖਿਲਾਫ ਧਾਰਾ 302 IPC ਮੁਲਾਜ਼ਮਾਂ ਖਿਲਾਫ ਬਣਾ ਤਲਵੰਡੀ ਚੌਧਰੀਆਂ ਵਿੱਚ 25-54-59 ਤਹਿਤ ਮੁਕੱਦਮਾ ਨੰਬਰ 31 ਦਰਜ ਕੀਤਾ ਗਿਆ। ਉਹਦੇ ਵਿੱਚ ਉਸ ਟਾਈਮ ਦੇ ਜਿਹੜੇ ਮਦਈਆਂ ਦੇ ਬਿਆਨ ਤੇ ਪਰਚਾ ਦਰਜ ਕਰਤਾ ਸੀ 302 ਦਾ, ਉਹ ਅਰੈਸਟ ਕਰ ਲਿਆ ਹੋਇਆ। ਉਹਦੇ ਜਿਹੜੀ ਬਣਦੀਆਂ ਉਹ ਤੋਂ ਬਰਾਮਦੀਆਂ ਕਰਨੀਆਂ ਹੋਈਆਂ ਤੇ ਸਾਡੀ ਤਫਤੀਸ਼ ਜਾਰੀ ਹੈ। ਕਤਲ ਮੌਕੇ ਕਿਸ ਹਥਿਆਰ ਦਾ ਪ੍ਰਯੋਗ ਕੀਤਾ ਗਿਆ ਤੇ ਅਸਲ ਕਿਉਂ ਮਤਲਬ ਕੀ ਕੁਝ ਬਰਾਮਦ ਕੀਤਾ ਗਿਆ? ਉਹਦੇ ਵਿੱਚ ਜਿਹੜੀ 12 ਬੋਰ ਜਿਹੜੀ ਕੀਤੀ ਗਈ ਸੀ ਉਹ 12 ਬੋਰ ਰਿਕਵਰ ਹੋ ਗਈ। ਉਹਦੇ ਬਰਾਮਦ ਰਿਕਵਰ ਹੋ ਗਿਆ। ਉਹਦਾ ਜਿਹੜਾ ਉਹਨੇ ਉਸ ਟਾਈਮ ਮੌਕੇ ਤੇ ਪਾਇਆ ਹੋਇਆ ਸੀ ਇੱਕ ਬੈਗ ਜਿਹਾ, ਉਹ ਵੀ ਰਿਕਵਰ ਹੋ ਗਿਆ। ਸਰਹੰਦ ਪਟਿਆਲਾ ਰੋਡ ਜਲਦ 4 ਲਾਈਨ ਹੋਵੇਗਾ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ। ਅਣਸੁਖਾਵੀਆਂ ਘਟਨਾਵਾਂ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹੰਦ ਪਟਿਆਲਾ ਰੋਡ ਤੇ ਆਦਮਪੁਰ ਨਹਿਰ ਦੇ ਨਵੇਂ ਸਾਰੇ ਜਾਣ ਵਾਲੇ ਪੁਲ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਯੁਵਰਾਜ ਸਿੰਘ ਨੇ ਦੱਸਿਆ ਕਿ ਉਕਤ ਪ੍ਰੋਜੈਕਟ 9.68 ਕਰੋੜ ਦਾ ਹੈ ਤੇ 1.5 ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਅੱਜ ਬੜਾ ਖੁਸ਼ੀ ਦਾ ਮਕਾਮ ਹੈ। ਪਟਿਆਲਾ ਸਰਹੰਦ ਰੋਡ ਤੇ ਜਿਹੜਾ ਇਹ ਬ੍ਰਿਜ ਬਣ ਰਿਹਾ, ਇਹਦੀ ਜਿਹੜੀ ਕੀਮਤ ਹੈ, ਜਿਹੜੀ ਇਹਦੀ ਕਾਸਟ ਆਉਣੀ ਹੈ 9 ਕਰੋੜ 68 ਲੱਖ ਅਤੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ। ਤੇ ਜਿਹੜੀ ਇਹਦੀ ਸਟੀਲ ਦਾ ਬ੍ਰਿਜ ਬਣ ਰਿਹਾ 55 ਮੀਟਰ ਦਾ ਬਣਨਾ। ਇਹ ਚੌੜਾਈ ਹੈ ਜਿਹੜੀ ਇਹਦੀ 10.5 ਮੀਟਰ ਹੈ ਤੇ PWD ਵੱਲੋਂ ਹੋਰ ਐਕਸ਼ਨ ਸਾਹਿਬ ਖੜੇ ਨੇ। ਮੈਂ ਸਮਝਦਾ ਅੱਜ ਦਾ ਦਿਨ ਜਿਹੜਾ ਹੈਗਾ ਸਾਡੇ ਇਸ ਇਲਾਕੇ ਲਈ ਬਹੁਤ ਵੱਡਾ ਦਿਨ ਹੈ, ਕਿਉਂਕਿ ਪਟਿਆਲਾ ਸਰਹੰਦ ਰੋਡ ਤੇ ਸਾਡਾ ਕੋਈ ਐਸਾ ਪਿੰਡ ਨਹੀਂ ਜਿੱਥੇ ਸਾਡਾ ਕੋਈ ਨੁਕਸਾਨ ਨਾ ਹੋਇਆ ਹੋਵੇ। ਇਹ 4 ਲਾਈਨ ਜਿਹੜੀ ਸੜਕ ਇਹ ਵੀ ਬਣ ਜਾ ਰਹੀ ਹੈ, ਤਾਂ ਹੀ ਇਹ ਬ੍ਰਿਜ ਚੌੜਾ ਹੋ ਰਿਹਾ। ਔਰ ਮਾਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ, NOCਆਂ ਥੋੜ੍ਹੀਆਂ ਰਹਿੰਦੀਆਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ, ਉਹ ਤੋਂ ਬਾਅਦ ਅਸੀਂ ਇਹਦਾ ਉਦਘਾਟਨ ਕਰਾਂਗੇ। ਇਹ ਸਾਡੇ ਇਲਾਕੇ ਦੀ ਬਹੁਤ ਬੜੀ ਮੰਗ ਸੀ ਔਰ ਸਾਡੀਆਂ ਬਹੁਤ ਜ਼ਿਆਦਾ ਜਾਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਸਮੇਂ 'ਚ। ਔਰ ਆਸ ਵਧੀਆ ਸਾਨੂੰ ਕਿ ਹੁਣ ਸਾਨੂੰ ਆਪਣੇ ਜਿਹੜੇ ਲੋਕ ਆ ਖੋਣੇ ਨਹੀਂ ਪੈਣਗੇ। ਇਹ ਜਿਹੜੀ ਟ੍ਰੈਫਿਕ ਹੈ ਬਹੁਤ ਵੱਡਾ ਰਾਹਤ ਮਿਲੂਗੀ। ਪਟਿਆਲਾ ਸਰਹੰਦ ਰੋਡ ਮੈਂ ਸਮਝਦਾ ਪੰਜਾਬ ਦੀ ਉਹ ਰੋਡ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਔਰ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲ ਜਾ ਰਹੀ ਹੈ। ਮੈਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ CM ਸਾਹਿਬ, ਪੂਰੀ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡਾ ਪ੍ਰੋਜੈਕਟ ਇੱਥੇ ਦਿਆ ਅਤੇ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੂਗੀ। ਕੰਪਲੀਟ ਕਿੰਨੇ ਚਿਰ 'ਚ ਹੋ ਜੂ ਜੀ ਇਹ ਰੋਡ? ਜਿਹੜਾ ਰੋਡ ਹੈ ਉਹਦਾ ਹੱਲ ਜਿਹੜਾ ਅਲੱਗ ਹੈ, ਟੈਂਡਰ ਹੋਣਾ, ਉਹ ਬਾਅਦ 'ਚ ਪਤਾ ਲੱਗੂ ਕਿੰਨੇ ਚਿਰ 'ਚ ਕੰਪਲੀਟ ਹੁੰਦੀ ਹੈ। ਲੇਕਿਨ ਇਹ ਬ੍ਰਿਜ ਹੈ ਜਿਹੜਾ ਇਹ ਡਬਲ ਬਣਨਾ, ਇਹ 1.5 ਸਾਲ 'ਚ ਹੋਊਗਾ।
ਸਫਾਈ ਕਰਮਚਾਰੀਆਂ ਵੱਲੋਂ ਅੱਜ ਬਟਾਲਾ ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਇੱਕ ਗੇਟ ਰੈਲੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਕੁਝ ਦਿਨ ਪਹਿਲਾਂ ਸਫਾਈ ਸੇਵਕਾਂ ਵੱਲੋਂ ਨਗਰ ਨਿਗਮ ਬਟਾਲਾ ਅਤੇ ਬਟਾਲਾ ਤੋਂ ਆਪ ਪਾਰਟੀ ਦੇ ਵਿਧਾਇਕ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਅਤੇ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਪਰ 72 ਘੰਟੇ ਬੀਤ ਜਾਣ ਤੋਂ ਬਾਅਦ ਨਾ ਤਾਂ ਵਿਧਾਇਕ ਅਤੇ ਨਾ ਹੀ ਪ੍ਰਸ਼ਾਸਨ ਨੇ ਇਹਨਾਂ ਵੱਲ ਧਿਆਨ ਦਿੱਤਾ, ਜਿਸ ਨੂੰ ਲੈ ਕੇ ਸਮੂਹ ਸਫਾਈ ਸੇਵਕਾਂ ਵੱਲੋਂ ਅੱਜ ਫਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਜਿਹੜੀ ਨਗਰ ਨਿਗਮ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਦੇ ਖਿਲਾਫ ਗੇਟ ਰੈਲੀ ਕੀਤੀ ਗਈ ਹੈ, ਉਹਦਾ ਮੇਨ ਮਕਸਦ ਕਿ ਪੂਰੇ ਪੰਜਾਬ ਭਰ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਗਿਆ ਹੈ, ਔਰ ਜਦ ਕਿ ਉਸੇ ਹੀ ਲੜੀ ਤਹਿਤ ਵੱਖ-ਵੱਖ ਸ਼ਹਿਰਾਂ ਦੇ ਵਿੱਚ ਠੇਕੇਦਾਰੀ ਨੂੰ ਸਮਾਪਤ ਕਰਕੇ ਉਹਨਾਂ ਕਰਮਚਾਰੀਆਂ ਨੂੰ ਕੰਟਰੈਕਟ ਤੇ ਭਰਤੀ ਕਰ ਲਿੱਤਾ ਗਿਆ ਹੈ। ਔਰ ਨਗਰ ਨਿਗਮ ਬਟਾਲਾ ਦੇ ਵਿੱਚ ਹੁਣ ਤੱਕ ਇਸ ਪ੍ਰਕਿਰਿਆ ਨੂੰ ਨਾ ਸ਼ੁਰੂ ਕੀਤਾ ਗਿਆ ਹੈ ਔਰ ਨਾ ਹੀ ਇਹਦੇ ਵੱਲ ਕੋਈ ਧਿਆਨ ਦਿੱਤਾ ਗਿਆ ਹੈ, ਜਿਸ ਕਰਕੇ ਕਰਮਚਾਰੀਆਂ ਦੇ ਵਿੱਚ ਬਹੁਤ ਭਾਰੀ ਰੋਸ਼ ਹੈ। ਔਰ ਦੂਸਰੀ ਮੰਗ ਸਾਡੀ ਇਹ ਸੀ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆਈ ਹੈ, ਲਗਭਗ 3 ਮਹੀਨੇ ਹੋ ਗਏ ਹੈ, ਔਰ 3 ਮਹੀਨੇ ਤੋਂ ਹੀ ਸਾਡੇ ਕਰਮਚਾਰੀਆਂ ਨੂੰ ਸੈਲਰੀਆਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਕੱਚੇ ਕਰਮਚਾਰੀਆਂ ਦੀਆਂ ਲਗਭਗ 2-3 ਮਹੀਨੇ ਤੋਂ ਸੈਲਰੀਆਂ ਪੈਂਡਿੰਗ ਹਨ, ਔਰ ਜਿਹੜੀ ਪੱਕੇ ਕਰਮਚਾਰੀਆਂ ਦੀਆਂ ਸੈਲਰੀਆਂ 2 ਮਹੀਨੇ ਤੋਂ ਪੈਂਡਿੰਗ ਹਨ ਸੈਲਰੀਆਂ। ਸੋ ਕਰਮਚਾਰੀਆਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸੇ ਕਰਕੇ ਕਈ ਵਾਰੀ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਮੰਗ ਪੱਤਰ ਵੀ ਦਿੱਤੇ ਗਏ ਹਨ, ਉਹਨਾਂ ਨੂੰ ਆਪਣੀ ਮੁਸ਼ਕਲ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਅੱਜ ਤੱਕ ਕਿਸੇ ਵੀ ਕਰਮਚਾਰੀ ਦੀ ਕੋਈ ਵੀ ਖਬਰਸਾਰ ਨਹੀਂ ਲਿੱਤੀ ਗਈ ਔਰ ਨਾ ਹੀ ਇਸ ਮਸਲੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ। ਧਰਨਾ ਜਿਹੜੇ ਸਾਡੇ ਸਫਾਈ ਸੇਵਕ ਆ, ਇਹਨਾਂ ਦੀ ਥੋੜ੍ਹੀ ਤਨਖਾਹਾਂ ਲੇਟ ਹੋ ਗਈਆਂ ਨੇ। ਉਹ ਇਸ ਕਰਕੇ ਲੇਟ ਹੋ ਗਈਆਂ ਨੇ ਕਿ ਸਾਡੇ ਕਮਿਸ਼ਨਰ ਸਾਹਿਬ ਦਾ ਇੱਥੋਂ ਤਬਾਦਲਾ ਹੋ ਗਿਆ ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਨਵੇਂ ਕਮਿਸ਼ਨਰ ਸਾਹਿਬ ਦੇ ਅਜੇ ਆਰਡਰ ਨਹੀਂ ਹੋਏ, ਅਤੇ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਕਿ 1-2 ਦਿਨ ਦੇ ਵਿੱਚ ਤੁਹਾਡੀ ਜਿਹੜਾ ਕਮਿਸ਼ਨਰ ਸਾਹਿਬ ਜਿੱਦਣ ਵੀ ਆ ਜਾਂਦੇ ਨੇ ਉਹ ਉੱਦਣ ਹੀ ਤੁਹਾਡਾ ਸੈਲਰੀ ਦਾ ਜਿਹੜਾ ਮਸਲਾ ਦੂਰ ਕਰਤਾ ਜਾਏਗਾ। ਦੂਜੀ ਮੰਗ ਉਹਨਾਂ ਦੀ ਸੀਗੀ ਕਿ ਸਾਡੇ ਜਿਹੜੇ ਕੱਚੇ ਬੰਦੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇਹਨਾਂ ਦੀ ਸਫਾਈ ਸੇਵਕ ਯੂਨੀਅਨ ਦੀ ਚੰਡੀਗੜ੍ਹ ਦੇ ਵਿੱਚ 27 ਤਰੀਕ ਨੂੰ CM ਸਾਹਿਬ ਨਾਲ ਮੀਟਿੰਗ ਹੈ ਇਹਨਾਂ ਦੀ ਯੂਨੀਅਨ ਦੀ। ਉੱਥੇ ਜੋ ਵੀ ਸਰਕਾਰ ਫੈਸਲਾ ਲਏਗੀ ਉਸ ਹਿਸਾਬ ਦੇ ਨਾਲ ਅਸੀਂ ਇਹਨਾਂ ਦੀਆਂ ਜਿਹੜੀ ਪੱਕੇ ਕਰਨ ਦੀ ਪ੍ਰਕਿਰਿਆ ਨੂੰ ਸਟਾਰਟ ਕਰਕੇ ਤੇ ਜਲਦੀ ਤੋਂ ਜਲਦੀ ਉਹ ਵੀ ਇਹਨਾਂ ਦੀ ਮੰਗ ਨੂੰ ਪੂਰਾ ਕਰਤਾ ਜਾਏਗਾ। ਖਬਰ ਫਾਜ਼ਿਲਕਾ ਤੋਂ ਹੈ, ਜਿੱਥੇ ਇੰਨੀ ਦਿਨੀ ਸ਼ਰਾਬ ਦੇ ਠੇਕੇ ਤੇ ਸ਼ਰਾਬ ਵੇਚਣ ਵਾਲੇ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਵਿੱਚ 8-9 ਸਾਲ ਦਾ ਇੱਕ ਮਾਸੂਮ ਬੱਚਾ ਸ਼ਰਾਬ ਦੇ ਠੇਕੇ ਤੇ ਸ਼ਰਾਬ ਵੇਚਦਾ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਨਾਲ ਇੱਕ ਹੋਰ ਲੜਕਾ ਵੀ ਉਸ ਦੀ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਵੀਡੀਓ ਬਣਾਉਣ ਵਾਲੇ ਨੇ ਬੱਚੇ ਨੂੰ ਪੁੱਛਿਆ ਕਿ ਕੀ ਉਹ ਸ਼ਰਾਬ ਅਤੇ ਬੀਅਰ ਦੀਆਂ ਸਾਰੀਆਂ ਕੀਮਤਾਂ ਜਾਣਦਾ ਹੈ ਤਾਂ ਬੱਚਾ ਝੱਟ ਜਵਾਬ ਦਿੰਦਾ ਹੈ ਕਿ ਹਾਂ, ਮੈਂ ਸਭ ਕੁਝ ਜਾਣਦਾ ਹਾਂ। ਉਸਨੇ ਦੱਸਿਆ ਕਿ ਰੋਜ਼ ਸਕੂਲ ਤੋਂ ਆ ਕੇ ਉਹ ਠੇਕੇ ਤੇ ਹੀ ਬੈਠਦਾ ਹੈ। ਦੇਰ ਰਾਤ ਚੱਲੀ ਹਨੇਰੀ ਅਤੇ ਤੇਜ਼ ਹੋਈ ਬਰਸਾਤ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ। ਸ਼ਹਿਰ ਨੂੰ ਇੱਕ ਜ਼ੋਨ ਤੋਂ ਦੂਜੇ ਜ਼ੋਨ ਨਾਲ ਜੋੜਨ ਲਈ 2 ਮੋਰੀਆਂ ਪੁਲ ਤੇ ਕਹਿਰੀ ਪੁਲੀ ਦੇ ਵਿੱਚ ਅਕਸਰ ਬਰਸਾਤ ਹੋਣ ਦੇ ਨਾਲ ਪਾਣੀ ਭਰ ਜਾਂਦਾ ਹੈ ਤੇ ਦੇਰ ਰਾਤ ਹੋਈ ਬਰਸਾਤ ਨਾਲ ਵੀ ਕੁਝ ਅਜਿਹਾ ਹੀ ਹੋਇਆ। ਜਲੰਧਰ ਦੇ ਦਮੋਰੀਆ ਪੁਲ ਤੇ ਕਹਿਰੀ ਪੁਲ ਪਾਣੀ ਨਾਲ ਭਰ ਗਏ ਤੇ ਆਸ-ਪਾਸ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਕਸਰ ਬਰਸਾਤ ਹੋਣ ਨਾਲ ਜਾਂ ਬੇਮੌਸਮੀ ਬਰਸਾਤ ਹੋਣ ਨਾਲ ਉਹਨਾਂ ਦਾ ਕੰਮਕਾਜ ਠੱਪ ਹੋ ਜਾਂਦਾ ਹੈ। ਮੇਰਾ ਸੁਖਦੇਵ ਸਿੰਘ ਭਾਜੀ। ਭਾਜੀ ਜਦੋਂ ਬਾਰਿਸ਼ ਹੁੰਦੀ ਹੈ ਇੱਥੇ ਇੱਦਾਂ ਹੀ ਪਾਣੀ ਇਦਾਂ ਹੀ ਭਾਜੀ ਪਾਣੀ ਹੁੰਦਾ ਹੈ। ਅਜੇ ਕਿੰਨੀ ਦੇਰ ਹੋ ਗਈ ਇੱਥੇ? ਭਾਈ ਸਾਨੂੰ ਤਾਂ ਦੇਖ ਲਓ 18-20 ਸਾਲ ਕੰਮ ਕਰਦੇ ਹੋ ਗਏ, ਇਹੀ ਅਸੀਂ ਦੇ ਚੱਕਰ ਦੇਖਦੇ ਪਏ। ਆ ਪਿੱਛੇ ਹੁਣ ਠੇਕੇਦਾਰ ਸਾਹਿਬ ਨੇ ਜਿਨ੍ਹਾਂ ਨੇ ਸੜਕ ਬਣਾਈ ਬੜਾ ਕਹਿੰਦੇ ਸੀ ਵੀ ਪਾਣੀ ਦਾ ਨਿਕਾਸ ਆਊਗਾ, ਕੋਈ ਗੰਦਾ ਪਾਣੀ ਨਹੀਂ ਖੜਾ ਹੋਊਗਾ, ਸਾਨੂੰ ਇੱਕ ਵਾਰੀ ਮੌਕਾ ਦਿਓ, ਦੇਖ ਲਓ ਮੌਕਾ ਦਿੱਤਾ ਭਾਜੀ। ਅੱਛਾ, ਤੇ ਸੀਵਰੇਜ ਪਾਏ ਹੋਏ ਸੜਕਾਂ ਤੇ? ਸੀਵਰੇਜ ਥੱਲੇ ਪਹਿਲਾਂ ਪਿਆ ਭਾਜੀ, ਹੁਣ ਇਹਨਾਂ ਨੇ ਕੋਈ ਨਹੀਂ ਪਾਇਆ। ਸੜਕ ਨਵੀਂ ਬਣੀ ਹੈ ਤੇ ਉੱਤੇ ਕੋਈ ਸੀਵਰੇਜ ਨਹੀਂ ਹੈਗਾ ਭਾਜੀ। ਕਿਹੜੇ ਠੇਕੇਦਾਰ ਨਾਲ ਤੁਸੀਂ ਇਸ ਬਾਰੇ ਗੱਲ ਕੀਤੀ ਸੀ? ਕੀਤੀ ਭਾਈ, ਸਾਡੇ ਪ੍ਰਧਾਨ ਸਾਹਿਬ ਆ ਕਰਮ ਸਿੰਘ ਹੁਣੀ, ਉਹ ਗੋਪੀ ਭਾਜੀ, ਬਾਕੀ ਤੁਹਾਨੂੰ ਉਹਨਾਂ ਨਾਲ ਗੱਲ ਕਰਨੀ ਪਏਗੀ। ਇੱਦਾਂ ਹੀ ਪਾਣੀ ਫਿਰ ਕਿੰਨੇ ਦਿਨ ਲਈ ਪਾਣੀ ਖੜਾ ਰਹਿੰਦਾ? 2-3 ਦਿਨ ਵਾਸਤੇ ਭਾਜੀ ਇੱਦਾਂ ਹੀ ਰਹਿਣਾ ਹੁਣ। ਕੰਮਕਾਰ ਬਿਲਕੁਲ ਕੰਮ ਘਰ ਠਾਪਾ ਤੁਹਾਡੇ ਸਾਹਮਣੇ ਹੀ ਭਾਜੀ, ਦੇਖ ਲਓ ਵਿਹਲੇ ਪਾਣੀ 'ਚ ਖੜੇ, ਨਾ ਕਿਸੇ ਨੇ ਆਉਣਾ ਤਾਂ ਨਾ ਕਿਸੇ ਨੇ। ਇਸ ਹਲਕੇ ਦੇ ਭੁੱਲਰ ਸਾਹਿਬ। ਕੀ ਹੈ ਤੁਹਾਡਾ? ਹਾਂਜੀ, ਨਾਮ ਕੀ ਹੈ ਤੁਹਾਡਾ? ਰਾਮ ਲਾਲ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹ ਜਿਹੜੀ ਸੜਕ ਬਣਾਈ ਹੈ ਨਾ, ਬਿਲਕੁਲ ਰਲ ਬਣਾਈ ਹੋਈ ਹੈ। ਜਦ ਸੜਕ ਬਣਾਣੀ ਸੀਗੀ ਉਦੋਂ ਪੱਲੇ ਵਾਸਤੇ ਬਣਾਣੀ ਸੀਗੀ, ਉਦੋਂ ਬਣਾਈ ਨਹੀਂ। ਅੱਜ ਵਧੀਆ ਸੜਕ ਸੀ, ਉਹ ਤੋੜ ਕੇ ਬੜਾ ਗੜ ਕੱਟਤਾ ਹੈਗਾ। ਉੱਥੇ ਕਿੰਨੇ ਬੰਦੇ ਐਕਸੀਡੈਂਟ ਹੁੰਦੇ ਹੈਗੇ ਆ, ਕਿੰਨੇ ਬੰਦੇ ਡਿੱਗੇ ਆ, ਸੱਟ ਵੱਟ ਲੱਗੀ ਹੈ। ਅੱਧੀ ਬਣਾਈ ਅੱਧੀ ਛੱਡ ਦਿੱਤੀ ਅਗਲੇ ਨੇ, ਇਹਦਾ ਫਾਇਦਾ ਕੀ ਬਣਾਉਣ ਦਾ? ਜਲੰਧਰ ਵਿਖੇ ਪਿਛਲੇ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਸਿਵਲ ਸਰਜਨ ਦੇ ਕਰਮਚਾਰੀ ਅਤੇ ਅਧਿਕਾਰੀ ਕੁਝ ਦਿਨਾਂ ਤੋਂ ਦਫ਼ਤਰ 'ਚ ਹੀ ਧਰਨਾ ਦੇ ਰਹੇ ਸਨ, ਪਰ ਸੋਮਵਾਰ ਨੂੰ ਅਚਾਨਕ ਸੜਕਾਂ ਤੇ ਉਤਰ ਆਏ। ਇਸ ਦੌਰਾਨ ਉਹਨਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ਤੇ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ।
ਉੱਥੇ ਹੀ ਧਰਨੇ ਤੇ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਲਗਭਗ 4 ਸਾਲਾਂ ਤੋਂ ਹਰ 3-4 ਮਹੀਨਿਆਂ ਬਾਅਦ ਉਹਨਾਂ ਦੀ ਤਨਖਾਹ ਬੰਦ ਕਰ ਦਿੱਤੀ ਜਾਂਦੀ ਹੈ। ਫਿਰ ਜਦੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਫਿਰ ਉਹਨਾਂ ਨੂੰ ਤਨਖਾਹ ਜਾਰੀ ਕਰ ਦਿੱਤੀ ਜਾਂਦੀ ਹੈ। ਤੇ ਹੈਲਥ ਡਿਪਾਰਟਮੈਂਟ ਦੇ ਇੱਕ ਡਾਕਟਰ ਦਾ ਮਸਲਾ ਸੀ ਮਾਨਯੋਗ ਕੋਰਟ ਦੇ ਵਿੱਚ। ਉਹ ਡਾਕਟਰ ਸਾਹਿਬ ਨੇ 84 'ਚ ਜੁਆਇਨ ਕੀਤਾ ਸੀ, ਠੀਕ ਹੈ ਜੀ। ਤੇ ਉਹਨਾਂ ਦਾ ਜਿਹੜਾ ਮਸਲਾ ਆ ਉਹ ਕੋਰਟ 'ਚ 90 ਤੱਕ ਰਿਹਾ, 90 ਤੋਂ 90-92 ਦੇ ਨੀਅਰ ਅਬਾਊਟ। ਮਾਨਯੋਗ ਕੋਰਟ ਨੇ ਉਹਨਾਂ ਨੂੰ ਕੰਪਨਸੇਟ ਕੀਤਾ, ਉਹਨਾਂ ਨੂੰ 82-84 ਲੱਖ ਰੁਪਈਆ ਜਿਹੜਾ ਆ ਉਹ ਦੇ ਦਿੱਤਾ ਗਿਆ, ਠੀਕ ਹੈ ਜੀ। ਬਹੁਤ ਗਲਤ ਗੱਲ ਹੋਈ ਕਿ ਮਤਲਬ ਬਿਨਾਂ ਉਹਦੇ ਤੋਂ ਇਨਕੁਆਇਰੀ ਤੋਂ ਜਾਂ ਉਹਦੇ ਤੋਂ ਸਾਡੇ ਮੁਲਾਜ਼ਮਾਂ ਦੀ ਕਹਿ ਸਕਦੇ ਹਾਂ ਕਿਸੇ ਨਾ ਕਿਤੇ ਅਣਗਹਿਲੀ ਸੀ। ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ 82 ਲੱਖ ਰੁਪਈਆ ਗੌਰਮੈਂਟ ਨੂੰ ਇੱਕੋ ਵਾਰੀ ਦੇਣਾ ਪੈ ਜਾਵੇ ਤਾਂ ਬੜੀ ਗਲਤ ਗੱਲ ਹੈ। ਪਰ ਸਾਡੀ ਜਿਹੜੀ ਆ ਬੇਨਤੀ ਇਹ ਆ ਕਿ ਜਿਹੜੇ ਬੰਦਿਆਂ ਦੀ ਗਲਤੀ ਸੀ, ਜਿਹੜੇ ਬੰਦੇ ਉਸ ਟਾਈਮ ਤੇ ਪੋਸਟਡ ਸੀਗੇ, ਉਹ ਬੰਦੇ ਮਰ ਗਏ, ਰਿਟਾਇਰ ਹੋ ਗਏ, ਠੀਕ ਹੈ ਜੀ। ਗੌਰਮੈਂਟ ਨੇ 82 ਲੱਖ ਦੇਣ ਤੋਂ ਬਾਅਦ ਇਨਕੁਆਇਰੀ ਬਿਠਾਤੀ, ਬਹੁਤ ਵਧੀਆ ਗੱਲ ਹੋਈ। ਜਿਹੜੇ ਬੰਦੇ ਡਿਫਾਲਟਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਇਨਕੁਆਇਰੀ ਰਿਪੋਰਟ ਨਾ ਸਬਮਿਟ ਹੋਣ ਕਰਕੇ ਤਨਖਾਹ ਬੰਦ ਕਰ ਦਿੱਤੀ ਸਿਵਲ ਸਰਜਨ ਦਫ਼ਤਰ ਵਾਲਿਆਂ ਨੇ। ਹੁਣ ਦੇਖੋ, ਵਿਜੀਲੈਂਸ ਡਿਪਾਰਟਮੈਂਟ ਨੂੰ ਇਨਕੁਆਇਰੀ ਮਾਰਕ ਹੋਈ। ਵਿਜੀਲੈਂਸ ਡਿਪਾਰਟਮੈਂਟ ਨੇ, ਜਿੰਨੀ ਮੇਰੀ ਨੌਲੇਜ, ਜੇ ਵਿਜੀਲੈਂਸ ਡਿਪਾਰਟਮੈਂਟ ਨੇ ਜਿਹੜੇ ਬੰਦਿਆਂ ਨੂੰ ਕਾਲ ਕੀਤਾ ਉਹਨਾਂ ਨੇ ਸਾਰਿਆਂ ਨੇ ਆਪਣੇ ਬਿਆਨ ਦੇ ਦਿੱਤੇ। ਹੁਣ ਡਿਪਾਰਟਮੈਂਟ ਨੇ ਇਨਕੁਆਇਰੀ ਦੀ ਰਿਪੋਰਟ ਸਬਮਿਟ ਕਰਨੀ ਜਾਂ ਕਰ ਦਿੱਤੀ ਜਾਂ ਐਫਡੀ ਦੇ ਕੋਲ ਪੈਂਡਿੰਗ ਆ। ਮੇਰੀ ਸਿਰਫ ਮਸਲਾ ਇਹ ਸੀਗਾ ਕਿ ਜਿਹੜੇ ਬੰਦਿਆਂ ਦਾ ਵੀ ਕਸੂਰ ਆ, ਜਿਹੜੇ ਡਿਪਾਰਟਮੈਂਟ ਦਾ ਕਸੂਰ, ਤਨਖਾਹ ਉਹਨਾਂ ਦੀ ਬੰਦ ਕਰੋ। 4 ਅਫਸਰਾਂ ਦੀ ਜਿਨ੍ਹਾਂ ਨੇ ਰਿਪੋਰਟ ਨਹੀਂ ਭੇਜੀ ਜਾਂ ਤੁਸੀਂ ਟਾਈਮ ਬਾਉਂਡ ਕੀਤਾ ਸੀਗਾ, ਉਹਨਾਂ ਦਾ ਤੁਸੀਂ ਉਹ ਕਰਦੇ। ਤੁਸੀਂ ਸਾਡੀ ਤਨਖਾਹ ਬੰਦ ਕਿਉਂ ਕਰ ਦਿੱਤੀ? ਸਾਡਾ ਤਾਂ ਕਸੂਰ ਹੀ ਕੋਈ ਨਹੀਂ। ਅਸੀਂ ਰਿਪੋਰਟਾਂ ਵੀ ਭੇਜੀਆਂ, ਅਸੀਂ ਮਤਲਬ ਕੋਰਸਪੋਂਡੈਂਸ ਸਾਡੀ ਅਪ ਟੂ ਡੇਟ ਰਹਿ ਚੁੱਕੀ ਆ। ਸਾਡੇ ਮਾਨਯੋਗ ਸਿਵਲ ਸਾਹਿਬ ਨੇ ਟਾਈਮ ਟੂ ਟਾਈਮ ਜਾ ਕੇ ਲੋਕਲ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦਿੱਤੀ ਆ। ਨਿਕਲਾ ਦਿਓ ਯਾਰ, ਤੇ ਉਹ ਮਤਲਬ ਸਾਡੇ ਕਹਿਣ ਦਾ ਮਕਸਦ ਇਹ ਆ ਕਿ ਸਾਡਾ ਕਸੂਰ 1% ਵੀ ਨਹੀਂ ਹੈਗਾ। ਜਿਹੜੇ ਮੁਲਾਜ਼ਮ ਬੈਠੇ ਨੇ, ਪਿਛਲੇ ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ, ਅਗਲਾ ਮਹੀਨਾ ਵੀ ਪੂਰਾ ਹੋ ਗਿਆ। ਅਸੀਂ ਲਿਖ ਕੇ ਭੇਜਤਾ ਮਾਨਯੋਗ ਸਿਵਲ ਸਰਜਨ ਸਾਹਿਬ ਨੇ, ਲੋਕਲ ਵੀ ਸਾਰੇ ਉਹਨਾਂ ਨੂੰ ਜਿਹੜੇ ਹੈਗੇ ਆ ਅਧਿਕਾਰੀ, ਉਹਨਾਂ ਨੂੰ ਵੀ ਅਸੀਂ ਦੱਸਿਆ, ਪਰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ। 11 ਦਿਨ ਪ੍ਰੋਟੈਸਟ ਅਸੀਂ ਅੰਦਰ ਕੀਤਾ, ਠੀਕ ਹੈ। ਅਸੀਂ ਨਹੀਂ ਚਾਹੁੰਦੇ ਸੀ ਅਸੀਂ ਬਾਹਰ ਆਈਏ, ਪਬਲਿਕ ਨੂੰ ਤੰਗ ਕਰੀਏ। ਉਹ ਕੱਢ ਦਿਓ ਯਾਰ, ਨਕਲ ਤੇ ਮਤਲਬ ਅਸੀਂ ਅੱਜ, ਪਰ ਸਾਨੂੰ ਜਦੋਂ ਇਹ ਉਮੀਦ ਹੋ ਗਈ ਕਿ ਸਾਡੀ ਆਵਾਜ਼ ਹੀ ਨਹੀਂ ਸੁਣਨੀ ਕਿਸੇ ਨੇ, ਫਿਰ ਅਸੀਂ ਸਾਰੇ ਜਿਹੜੇ ਆ ਇੰਪਲਾਈ ਬਿਲਕੁਲ ਸਿਵਲ। ਦੇਖੋ ਮੈਂ ਦੱਸਦਾ, ਸਾਡੇ ਪ੍ਰੋਗਰਾਮ ਅਫਸਰ ਡਾਕਟਰ TP ਸਿੰਘ, ਡਾਕਟਰ ਰਾਕੇਸ਼ ਚੋਪੜਾ, DIO ਸਾਹਿਬ, DIPO ਸਾਹਿਬ, ਸਾਰੇ ਸਾਡੇ ਨਾਲ ਨੇ। ਕਿਉਂਕਿ ਦੇਖੋ ਇਹਦੇ ਵਿੱਚ ਇੱਕ ਹੁੰਦਾ ਕਿ ਇੱਕ ਬੰਦਾ ਡਿਫਾਲਟਰ ਸੀ, ਉਹਦੇ ਵਿੱਚ ਸਾਰਿਆਂ ਦੇ ਵਿਚਾਰ ਵੱਖਰੇ ਹੁੰਦੇ। ਇਹਦੇ ਵਿੱਚ ਤਾਂ ਵਿਚਾਰ ਹੀ ਕੋਈ ਨਹੀਂ। ਸਾਡੇ ਮਤਲਬ ਮੈਂ 1996 'ਚ ਜੁਆਇਨ ਕੀਤਾ, ਮੇਰੇ ਤੋਂ ਪਹਿਲਾਂ ਦਾ ਮਸਲਾ, ਤਨਖਾਹ ਸਾਡੀ ਅੱਜ ਬੰਦ ਕਰ ਦਿੱਤੀ। ਅਸੀਂ ਕਹਿੰਦੇ ਜਿਹੜੇ ਡਿਫਾਲਟਰ ਆ ਬੰਦ ਕਰੋ, ਉਹਨਾਂ 'ਤੇ ਸਖਤ ਕਾਰਵਾਈ ਕਰੋ, ਤਾਂ ਕਿ ਬਾਕੀਆਂ ਨੂੰ ਵੀ ਪਤਾ ਹੋਵੇਗਾ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਨੀ। ਲਾਸ ਤੇ ਹੋਇਆ ਡਿਪਾਰਟਮੈਂਟ ਦਾ, ਪਰ ਜਿਹੜੇ ਬੰਦਿਆਂ ਨੇ ਹੁਣੇ ਫਾਈਲ ਰੱਖੀ ਹੋਈ ਆ, ਜਿਨ੍ਹਾਂ ਨੇ ਕਾਰਵਾਈ ਵਿਦਿਨ ਟਾਈਮ ਨਹੀਂ ਕੀਤੀ, ਤਨਖਾਹ ਬੰਦ ਕਰਨੀ ਤੇ ਉਹਨਾਂ ਦਾ ਉਹ ਸੀਗਾ ਨਾ, ਸਾਡਾ ਥੋੜ੍ਹਾ ਬੰਦ ਸੀਗਾ। ਸਾਡਾ ਸਿਰਫ ਇਸੇ ਗੱਲ, ਅਸੀਂ ਬਾਹਰ ਆਉਣ ਦਾ ਮਕਸਦ ਇਹ ਆ, ਸਾਡੀ ਕੋਈ ਤਾਂ ਆਵਾਜ਼ ਸੁਣੋ। ਸਾਨੂੰ ਕੋਈ ਤਾਂ ਆ ਕੇ ਹੁਣ 1 ਘੰਟੇ ਤੋਂ ਅਸੀਂ ਬੰਦ ਕੀਤਾ ਪਿਆ ਰੋਡ, ਮੇਨ ਰੋਡ ਆ ਇਹ। ਅਸੀਂ ਪ੍ਰੀ ਇੰਟੀਮੇਸ਼ਨ ਦਿੱਤੀ ਸੀ, ਸਾਨੂੰ ਸੀ ਵੀ ਚੱਲ ਕੋਈ ਸਾਨੂੰ ਬੁਲਾ ਲਵੇ। ਪ੍ਰੀ ਇੰਟੀਮੇਸ਼ਨ ਸੀ ਕਿ ਉਸ ਤੋਂ ਬਾਅਦ ਕੋਈ ਨਹੀਂ ਸਾਡੇ ਕੋਲ ਆਇਆ, ਕੋਈ ਹਜੇ ਤੱਕ ਵੀ ਨਹੀਂ ਆਇਆ ਸਾਡੇ। ਸਰਕਾਰ ਦੀ ਕੀ ਮਨਸ਼ਾ ਤੁਸੀਂ ਸਮਝਦੇ ਆ? ਦੇਖੋ ਮੈਂ ਦੱਸਦਾ, ਮੈਂ ਮਨਸ਼ਾ, ਮੈਂ ਤਾਂ ਦੇਖੋ ਸਰਕਾਰ ਦੇ, ਹਾਂ ਮੈਂ ਪਹਿਲਾਂ ਵੀ ਮੀਡੀਆ ਦੇ ਮਾਧਿਅਮ ਨਾਲ ਮੈਂ ਮਾਫੀ ਮੰਗੀ ਆ ਪਬਲਿਕ ਦੇ ਕੋਲੋਂ। ਦੇਖੋ ਸਾਨੂੰ ਕਿਸੇ ਨੂੰ ਤੰਗ ਕਰਨ ਦਾ ਨਹੀਂ ਹੈਗਾ। ਇੰਨੀ ਧੁੱਪ 'ਚ ਤੁਸੀਂ ਮੈਨੂੰ ਦੱਸੋ ਬਹਿਣਾ ਸੌਖਾ ਨਹੀਂ, ਪਰ ਸਾਡੀ ਮਜਬੂਰੀ ਬਣ ਗਈ ਕਿ ਸਾਨੂੰ ਕਿਸੇ ਨੇ ਵੀ ਨਹੀਂ ਪੁੱਛਿਆ। ਅਸੀਂ ਜਾ ਕੇ ਸਿਵਲ ਸਰਜਨ ਸਾਹਿਬ ਪਰਸਨਲੀ ਲੋਕਲ MLAs ਨੂੰ ਮਿਲੇ ਆ, ਮੈਂ ਵੀ ਉਹਨਾਂ ਨਾਲ, ਮੈਨੂੰ ਵੀ ਮੁਲਾਕਾਤ ਹੋਈ। ਉਹਨਾਂ ਨੇ ਬੜੇ ਗ੍ਰੇਸਫੁਲੀ ਮੈਨੂੰ ਕਿਹਾ ਕਿ ਮੈਂ ਯਾਰ ਉੱਪਰ ਕਹਿ ਦਿੱਤਾ ਹੋਇਆ, ਪਰ ਅਫਸਰਾਂ ਵੱਲੋਂ ਕੋਈ ਕਾਰਵਾਈ ਨਹੀਂ ਲਿਆ ਰਹੇ। ਇਹ ਜਿਹੜਾ ਪ੍ਰੋਟੈਸਟ ਹੈ ਹੁਣ ਕਿੰਨੀ ਦੇਰ ਚੱਲੀ ਹੋਣਾ ਇੱਥੇ? ਦੇਖੋ ਜੀ, ਜਿੰਨੀ ਦੇਰ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਉਂਦਾ ਅਸੀਂ ਧਰਨਾ ਨਹੀਂ ਚੱਕਣਾ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਸਾਨੂੰ ਕਿੱਦਾਂ ਦਾ ਆਸ਼ਵਾਸਨ ਦਿੰਦੇ ਆ। ਵੈਸੇ ਮੈਂ ਅਨਾਉਂਸ ਕਰ ਚੁੱਕਾ ਕਿ ਅਸੀਂ ਬਾਹਰਲਾ ਗੇਟ ਕੱਲ੍ਹ ਬੰਦ ਕਰਕੇ ਅੰਦਰ ਨਹੀਂ ਜਾਣਾ। ਅੱਜ ਅਸੀਂ ਅੰਦਰੋਂ ਅਟੈਂਡੈਂਸ ਲਾ ਕੇ 11 ਵਜੇ ਬਾਹਰ ਆਏ ਹਾਂ, ਕੱਲ ਅਸੀਂ ਅੰਦਰ ਹੀ ਨਹੀਂ ਜਾਣਾ, ਗੇਟ ਲਾ ਦੇਣਾ, ਗੱਡੀਆਂ ਵੀ ਬਾਹਰ ਤੇ ਮੁਲਾਜ਼ਮ ਵੀ ਬਾਹਰ। ਫਗਵਾੜਾ ਦੇ ਮੋਤੀ ਬਾਜ਼ਾਰ ਵਿਖੇ ਕੁਝ ਨੌਜਵਾਨਾਂ ਨੇ ਦੁਕਾਨ ਅੰਦਰ ਵੜ ਕੇ ਹੱਥੋਂ-ਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਸੂਚਨਾ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ। ਦੁਕਾਨ ਮਾਲਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਨੌਜਵਾਨ ਦੁਕਾਨ ਅੰਦਰ ਵੜੇ ਤੇ ਹੱਥੋਂ-ਪਾਈ ਤੇ ਉਤਰ ਆਏ, ਜਿਸ ਦਾ ਕਾਰਨ ਦੀਪਕ ਖੁਰਾਣਾ ਦੁਕਾਨਦਾਰ ਨੇ ਦੱਸਿਆ ਹੈ ਕਿ ਉਸ ਦੀ ਦੁਕਾਨ ਤੇ ਇੱਕ ਲੇਡੀਜ਼ ਤੇ 2 ਬੱਚੇ ਸਮਾਨ ਲੈਣ ਲਈ ਆਈਆਂ ਸਨ ਤੇ ਦੁਕਾਨਦਾਰ ਵੱਲੋਂ ਸਮਾਨ ਕੱਢਦੇ ਉਸ ਦਾ ਹੱਥ ਅਚਾਨਕ ਲੜਕੀ ਨਾਲ ਟੱਚ ਹੋ ਗਿਆ
ਜਿਸ ਤੋਂ ਬਾਅਦ ਤੁਰੰਤ ਲੜਕੀ ਨੇ ਜਾਂਦਿਆਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਸ ਤੋਂ ਬਾਅਦ ਲੜਕੀ ਦੇ ਭਰਾ ਤੇ ਉਸਦੇ ਕੁਝ ਦੋਸਤਾਂ ਵੱਲੋਂ ਆਉਂਦਿਆਂ ਹੀ ਦੁਕਾਨ ਦੇ ਅੰਦਰ ਐਂਟਰੀ ਮਾਰ ਕੇ ਉਸ ਉੱਪਰ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਦੁਕਾਨਦਾਰ ਅਤੇ ਉਸਦਾ ਪਿਤਾ ਤੇ ਉਸਦਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਨਹੀਂ ਹੈਗਾ ਬ੍ਰਦਰ, ਇਦਾਂ ਹੈ ਕਿ ਜਿੱਦਾਂ ਨਾ ਮੈਂ ਸਮਾਨ ਦਿੰਦਾ ਪਿਆ, ਇੱਕ 2-3 ਬੇਟੀਆਂ ਆਈਆਂ ਨਾਲ, ਉਹਦਾ ਬ੍ਰਦਰ ਵੀ ਆਇਆ ਸੀਗਾ ਤੇ ਕਹਿੰਦੇ ਸੀ ਅਸੀਂ ਚਾਕਲੇਟ ਲੈਣੀ, ਸਾਨੂੰ ਕੱਢ ਦਿਓ ਡਾਰਕ ਚਾਕਲੇਟ। ਮੈਂ ਕਿਹਾ ਮੇਰਾ ਡਾਰਕ ਚਾਕਲੇਟ ਹੈ ਨਹੀਂ, ਉਹ ਕੋਈ ਹੋਰ ਦੇਖ ਲੈ। ਤੇ ਮੈਂ ਕੱਢਣ ਗਿਆ, ਪਹਿਲਾਂ ਉਹਨੇ 2-4 ਮਿੰਟ ਲਾਈਟ ਚਾਕਲੇਟ ਲੱਭਣ ਨੂੰ ਨਹੀਂ ਲੱਭੀ। ਮੈਂ ਕਿਹਾ ਬੇਟਾ ਤੂੰ ਇੱਧਰ ਆਇਆ, ਮੈਂ ਕਸਟਮਰ ਅਟੈਂਡ ਕਰਕੇ ਤੈਨੂੰ ਸਮਾਨ ਦੇ ਦਿੰਦਾ। ਮੈਂ ਉੱਧਰ ਗਿਆ ਤੇ ਮੈਂ ਸਮਾਨ ਸ਼ੀਸ਼ਾ ਖੋਲ੍ਹਿਆ ਆਪਣੇ ਚਾਕਲੇਟ ਵਾਲਾ ਤੇ ਉਹ ਡਾਰਕ ਚਾਕਲੇਟ ਲੱਭੀ ਨਹੀਂ। ਮੈਂ ਕਿਹਾ ਬੇਟਾ ਆਹ ਲੈਣਾ, ਆਹ ਲੈਣੀ, ਆਹ ਲੈਣੀ। ਕਹਿੰਦੀ ਨਹੀਂ ਭਈਆ ਮੈਨੂੰ ਡਾਰਕ ਚਾਕਲੇਟ ਚਾਹੀਦੀ। ਮੈਂ ਕਿਹਾ ਚਲੋ ਠੀਕ ਹੈ, ਮੇਰੇ ਕੋਲ ਹੈ ਨਹੀਂ, ਤੁਸੀਂ ਨਾਲ ਦੀ 2 ਦੁਕਾਨਾਂ ਛੱਡ ਕੇ ਉਹਨਾਂ ਮੋਹਨ ਅੰਕਲ ਕੋਲ ਲੈ ਲਓ ਜਾਂ ਕਾਲੂ ਅੰਕਲ ਕੋਲ ਲੈ ਲਓ। ਤੇ ਉਹ ਮੈਂ ਆਇਆ, ਆਂਦਰ ਆਸ਼ੀਰਵਾਦ ਆਟਾ ਸਾਡੇ ਕੋਲ ਪਿਆ ਪੈਰਾਂ 'ਚ, ਉੱਥੇ ਮੇਰਾ ਪੈਰ ਅੜ ਗਿਆ, ਨਾਲ ਕੁਰਸੀ ਸੀ। ਉਹ ਬੇਟੀ ਉਹਦੇ ਕੋਲ ਖੜੀ ਤੇ ਮੈਂ ਬੇਟੀ ਕੋਲ ਖੜੀ, ਉਹਦੇ ਨਾਲ ਮੈਂ ਟੱਚ ਹੋ ਗਿਆ, ਮੋਢਾ ਮੇਰੀ ਨੀ ਟੱਚ ਹੋ ਗਈ। ਉਹ ਕਹਿੰਦੀ ਭਈਆ ਤੂੰ ਟੱਚ ਕੀਤਾ। ਮੈਂ ਕਿਹਾ ਬੇਟਾ ਮੇਰੀ ਗਲਤੀ ਨਾ ਹੋਇਆ ਵਾ, ਅਗਰ ਤੈਨੂੰ ਲੱਗਾ ਤਾਂ ਫਿਰ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਤੈਨੂੰ ਸਫਾਈ ਦੇ ਸਕਦਾ, ਤੇਰੇ ਸਾਹਮਣੇ ਮੈਂ ਤਾਂ ਰਿਕਾਰਡਿੰਗ ਵੀ ਹੈਗੀ ਆ। ਕਹਿੰਦੀ ਕਿ ਨਹੀਂ ਮੈਨੂੰ ਟੱਚ ਕੀਤਾ ਤੁਸੀਂ, ਬਾਈ ਚਾਂਸ ਗਲਤ ਨਾਲ ਤੁਸੀਂ ਟੱਚ ਕੀਤਾ। ਮੈਂ ਕਿਹਾ ਜੋ ਮਰਜ਼ੀ ਕਰ ਲੈ, ਮੇਰੇ ਤੋਂ ਰਿਕਾਰਡਿੰਗ ਪਈ ਆ। ਉਸੇ ਟਾਈਮ ਆਪਣੇ ਬ੍ਰਦਰ ਨੂੰ ਲੈ ਆਈ 8-10 ਜਣਿਆਂ ਨੂੰ, ਨਾਲ ਉਹਨਾਂ ਕੋਲ ਤਲਵਾਰ ਵੀ ਸੀਗੀ, ਨਾਲ ਬੇਸ ਬੈਟ ਵੀ ਸੀਗੇ, 1-2 ਚੀਜ਼ਾਂ ਹੋਰ ਵੀ ਸੀਗੀਆਂ। ਮੈਂ ਉਧਰੋਂ ਕਸਟਮਰ ਅਟੈਂਡ ਕਰਦਾ, ਮੈਂ ਕਾਊਂਟਰ ਵਾਲੀ ਸਾਈਡ ਤੇ, ਮੈਨੂੰ ਆਂਦੇ ਟੁੱਟ ਕੇ ਪੈ ਗਏ 8-10 ਜਣ। ਕੋਈ ਉਹਨਾਂ ਡਿਸਾਈਡ ਨਹੀਂ ਕੀਤਾ ਗਲਤੀ ਕਿਹਦੀ ਹੈ ਕਿਹਦੀ ਨਹੀਂ। ਮੈਂ ਕਿਹਾ ਰਿਕਾਰਡਿੰਗ ਚੈੱਕ ਕਰ ਲਓ, ਅਗਰ ਮੈਂ ਗਲਤ ਹਾਂ ਤੇ ਦੈਟਸ ਇਟ, ਮੇਰੇ ਸੌਰੀ ਫੀਲ ਕਰੋ, ਮੈਂ ਸੌਰੀ ਨਹੀਂ ਫੀਲ ਕਰਦਾ ਤੇ ਜੋ ਤੁਸੀਂ ਮਰਜ਼ੀ ਮੇਰੇ ਨਾਲ ਕਰ ਸਕਦੇ, ਠੀਕ ਹੈ ਨਾ। ਦੁਕਾਨ ਦੇ ਅੰਦਰ ਹਮਲਾ ਕੀਤਾ, ਦੁਕਾਨ ਦੇ ਅੰਦਰ ਹਮਲਾ ਕੀਤਾ। ਕੋਈ ਸੀਸੀਟੀਵੀ ਕੈਮਰੇ 'ਚ ਆਏ ਬੰਦੇ? ਹਾਂਜੀ ਸਾਰੇ ਆਏ ਆ, 10-12 ਜਣੇ ਸੀ, ਤਲਵਾਰ ਵੀ ਸੀ ਉਹਨਾਂ ਕੋਲ। ਤੇ ਜਿਹੜਾ ਇਸ਼ੂ ਬਣਾਉਂਦੇ ਪਏ ਕਹਿੰਦੇ ਕੁਣੀ ਵਗੈਰਾ ਲਾਈ ਹੈ, ਤੁਹਾਡੇ ਕੋਲ ਵੀਡੀਓ ਪਈ ਉਹਦੀ ਸਾਰੀ? ਕਾਦੀ ਸੀਸੀਟੀਵੀ ਜਿੱਦਾਂ ਕਹਿੰਦੇ ਕੋਈ ਆਈ ਮੈਨੂੰ ਨਾਲ ਨਹੀਂ, ਉਹ ਉੱਧਰ ਸੀਗੀ, ਉੱਧਰ ਰਿਕਾਰਡਿੰਗ ਨਹੀਂ ਹੁੰਦੀ ਹੈਗੀ ਉਹ, ਕਿਉਂਕਿ ਉਹ ਕੈਮਰਾ ਜ਼ਿਆਦਾ ਖਰਾਬ ਆ, 3 ਕੈਮਰੇ ਲੱਗੇ, ਉਹ ਤੇ ਕੁਰਸੀ ਤੱਕ ਰਿਕਾਰਡਿੰਗ ਆ, ਕੁੜੀ ਸੀ ਅੱਗੇ। ਅਗਰ ਉਹਨੇ ਗਲਤ ਲੈ ਹੀ ਲਿਆ, ਅਗਰ ਮੇਰੇ ਨਾਲ ਡਿਸਕਸ ਕਰਦੀ, ਅਗਰ ਮੈਂ ਗਲਤ ਹੁੰਦਾ ਵੀ ਮੈਨੂੰ ਜੋ ਮਰਜ਼ੀ ਆ ਕੇ ਫੀਲ ਕਰਾਉਂਦੇ। ਡੈਡੀ ਵੀ ਸੀਗੇ ਉਸ ਟਾਈਮ। ਬੰਦੇ ਪਹਿਚਾਣਦੇ ਕੋਈ ਸਰ? ਹਾਂਜੀ ਕਿੰਨੇ ਮੱਗੀ ਨਾਮ ਵਗੈਰਾ ਹੈ ਕੋਈ? ਨਾਮ ਮੈਨੂੰ ਕਿਸੇ ਦਾ ਨਹੀਂ ਪਤਾ ਹੈਗਾ, ਮੈਂ ਤੁਹਾਨੂੰ ਕਹਾਂ ਆਹ ਨਾਮ ਸੀ ਉਹ ਨਾਮ ਸੀ। ਮੇਰੇ ਕਸਟਮਰ ਮੇਰੇ ਆਪਣੇ ਪਰਸਨਲ ਕਸਟਮਰ ਸੀਗੇ, ਉਹਨਾਂ ਮੰਮੀ ਆਂਦੇ ਸਮਾਨ ਲੈਣ, ਭਰਾ ਆਂਦਾ, ਕੁੜੀ ਵੀ ਆਂਦੀ। ਉਹਦੀ ਇੱਕ ਕੁੜੀ ਨਾ ਜਿਹੜੀ ਉਹਦੀ ਮੰਮਾ ਦੁਬਈ ਗਈ ਆ, ਉਹਨਾਂ ਨੇ ਵੀ ਮੇਰੇ ਕੋਲ ਕਈ ਵਾਰੀ ਉਹਨਾਂ ਨੇ ਕਿਹਾ ਕਿ ਬੇਟੀ ਆਊਗੀ 100-200 ਸਮਾਨ ਦੇ ਦੇਗਾ, ਲਿਖ ਲਿਆ ਕਰ, ਮੈਂ ਤੈਨੂੰ ਫੋਨ ਪੇਟੀਐਮ ਕਰ ਦਿਆ ਕਰੂੰਗੀ ਬਾਹਰੋਂ ਦੁਬਈ ਤੋਂ। ਮੈਂ ਕਿਹਾ ਚਲੋ ਠੀਕ ਆ। ਤੇ ਇੰਨੀ ਗੱਲ ਹੋਈ ਆ ਤੇ ਜੀ ਉਹ ਮੈਨੂੰ ਆ ਕੇ ਕਹਿੰਦੇ ਤੂੰ ਗਲਤ ਟੱਚ ਕੀਤਾ, ਆਂਦੇ ਮੈਨੂੰ ਗੁੱਸਾ ਕਰਨ ਲੱਗ ਗਏ। ਤੁਹਾਡੇ ਬ੍ਰਦਰ ਤੇ ਵੀ ਉਹਨੇ ਹਮਲਾ ਕੀਤਾ? ਬ੍ਰਦਰ ਤੇ ਵੀ ਹਮਲਾ ਕੀਤਾ। ਤੁਹਾਡੇ ਬ੍ਰਦਰ ਦਾ ਨਾਂ ਕੀ ਹੈ? ਪੰਕਜ ਪ੍ਰਾਨਾ। ਉਹਦੀ ਸੱਟਾਂ ਲੱਗੀਆਂ? ਹਾਂਜੀ ਕੀਤੀ ਕੋਈ ਪੁਲਿਸ ਨੂੰ ਕੰਪਲੇਂਟ ਹੈ? ਕੋਈ ਨਹੀਂ ਕੀਤੀ ਹੈਗੀ। ਉਹਨਾਂ ਦੇ ਹੱਥ ਤੇ ਲੱਗੀ ਆ, ਚਾਚੇ ਦੇ ਵੀ ਹੱਥ ਤੇ ਲੱਗੀ ਆ ਤੇ ਉਹਨਾਂ ਦੇ ਬੇਟੇ ਦੇ ਵੀ ਹੱਥ ਤੇ ਲੱਗੀ ਆ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਮੰਗ ਕੇ ਪ੍ਰਸ਼ਾਸਨ ਇਹੀ ਕਰਦੇ ਆ ਕਿ ਅਗਰ ਮੈਂ ਗਲਤੀ ਨਹੀਂ ਸੀਗੀ ਤੇ ਮੈਨੂੰ ਦਾ ਹੱਲ ਪ੍ਰੋਸੈਸ ਦਿਓ। ਅਗਰ ਮੈਂ ਗਲਤੀ ਕਰਦਾ, ਮੇਰੀ ਰਿਕਾਰਡਿੰਗ ਚੈੱਕ ਕਰੋ, ਰਿਕਾਰਡਿੰਗ 'ਚ ਮੈਂ ਗਲਤ ਆ, ਮੈਨੂੰ ਸੌਰੀ ਫੀਲ ਕਰਾਓ। ਅਗਰ ਕੈਰੈਕਟਰ ਲੈਸ ਆ, ਜਿਹੜੇ ਮੈਨੂੰ ਪਸੰਦ ਕਰਦੇ, ਇੱਕ ਮਿੰਟ ਕੱਟ ਹੈ, ਜਿਹੜੇ ਮੇਰੇ ਬੰਦ ਕਰ ਕਾਕੇ, ਇੱਕ ਮਿੰਟ ਜੀ ਪ੍ਰੈਸ ਜਿਹੜੇ ਨਹੀਂ ਫਿਰ ਰੱਖ ਪ੍ਰੈਸ ਤੇ ਮੇਰੀ ਗੱਲ ਸੁਣੋ। ਤੁਹਾਡੇ ਨਾਲ ਵੀ ਕਰ ਲੱਗੇ ਆ। ਜਿਹੜੇ ਮੇਰੇ ਸਾਰੇ ਕਹਿੰਦੇ ਨਾ ਕਿ ਜਿਹੜੇ ਮੇਰੇ ਚਾਚੀ, ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ, ਚਾਚੀ ਉਹਨਾਂ ਨੂੰ ਇੱਕ ਲੇਡੀਜ਼ ਨੂੰ ਕਹਿੰਦੇ ਆ ਜੀ ਜਿਨ੍ਹਾਂ ਦੇ ਘਰ 'ਚ ਕਿ ਉਹ ਕਰੈਕਟਰਲੈਸ ਦਾ ਬੇਟਾ। ਮੈਨੂੰ ਇੰਨੀ ਦੇਰ ਹੋ ਗਈ ਮੇਰਾ ਮੈਰਿਡ ਹੋ, ਮੈਂ ਇੱਕ ਬੇਟਾ। ਪੰਜਾਬ ਸਰਕਾਰ ਦੇ ਸੱਦੇ ਉੱਤੇ ਅੱਜ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੱਡੇ ਪੱਧਰ ਉਤੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਪਿੰਡ ਝੁੜੇਕ ਵਿਖੇ ਸਿੱਧੀ ਬਿਜਾਈ ਦੀ ਸ਼ੁਰੂਆਤ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਖੁਦ ਟਰੈਕਟਰ ਚਲਾ ਕੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਪ੍ਰਿਤਪਾਲ ਸਿੰਘ ਤੇ ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਠੀਕ ਹੈ ਜੀ, ਬਹੁਤ ਵਧੀਆ ਕੀਤਾ ਜੀ, ਤੇ ਤਾਂ ਕਿ ਜਿਹੜੇ ਆਂਢ ਗੁਆਂਢ ਵਾਲੇ ਕਿਸਾਨ ਹੈਗੇ ਉਹ ਵੀ ਪ੍ਰਭਾਵਿਤ ਹੋਣਗੇ, ਇਸ ਤੋਂ ਉਹਨਾਂ ਨੂੰ ਪ੍ਰੇਰਨਾ ਮਿਲੂਗੀ। ਮੈਂ 3 ਸਾਲ ਤੋਂ ਮਤਲਬ ਲਾ ਰਿਹਾ ਹੈਗਾ ਸਿੱਧੀ ਬਿਜਾਈ, ਵਧੀਆ ਰਿਜ਼ਲਟ ਨਿਕਲੇ ਹੈਗੇ ਆ। ਐਤਵਾਰ ਮੈਂ ਰਕਬਾ ਜਿਹੜਾ ਅੱਗੇ ਹੋਰ ਵਧਾ ਰਿਹਾ ਹੈਗਾ। ਕਿੰਨੇ ਕੁ ਏਕੜ ਚਲਾ ਰਹੇ ਹੋ 3 ਸਾਲ ਤੋਂ? ਪਹਿਲੇ ਸਾਲ ਮੈਂ 3 ਏਕੜ ਲਾਈ ਸੀਗੀ ਜੀ, ਦੂਸਰੇ ਸਾਲ 5.5 ਏਕੜ ਜੀ, ਐਤਕੀ 11 ਏਕੜ ਲਾਉਣ ਦੀ ਮੇਰੀ ਉਮੀਦ ਹੈਗੀ। ਕਿੰਨਾ ਕੁ ਫਾਇਦਾ ਹੋ ਰਿਹਾ? ਪਾਣੀ ਦੀ ਕਿੰਨੀ ਕੁ ਬਚਤ ਹੋ ਰਹੀ ਹੈ? ਬਹੁਤ ਬਚਤ ਹੋ ਰਹੀ ਹੈ। ਕੋਈ ਨੁਕਸਾਨ ਹੁੰਦਾ ਜਿਸ ਤਰ੍ਹਾਂ ਕਈ ਕਿਸਾਨ ਕਹਿੰਦੇ ਕਿ ਚੂਹੇ ਕਰਕੇ ਫਸਲ? ਹਾਂਜੀ, ਚੂਹੇ ਦੀ ਸਮੱਸਿਆ ਸਾਨੂੰ ਬਹੁਤ ਆਉਂਦੀ ਹੈਗੀ ਹੈ ਜੀ। ਚੂਹੇ ਕਰਕੇ ਮਤਲਬ ਲੋਕ ਜਿਹੜੇ ਹੈਗੇ ਡਰਦੇ ਇਸ ਵਾਸਤੇ ਕਿਸਾਨ ਲਾਉਣ ਤੋਂ, ਕਿਉਂਕਿ ਚੂਹਾ ਨੂੰ ਨਸ਼ਟ ਕਰ ਦਿੰਦਾ। ਜੇਕਰ ਸਾਨੂੰ ਚੂਹੇ ਦੀ ਕੋਈ ਵਧੀਆ ਦਵਾਈ ਮੁਹੱਈਆ ਕੀਤੀ ਜਾਵੇ ਤਾਂ ਹੋਰ ਵੀ ਕਿਸਾਨ ਜਿਹੜੇ ਰਕਬਾ ਇਸ ਸਿੱਧੀ ਬਿਜਾਈ ਦੇ ਅੰਡਰ ਲਿਆ ਸਕਦੇ ਹੈ। ਤੇ ਇਸ ਵਾਰ ਤੁਸੀਂ ਤੀਜੀ ਫਸਲ ਦਾ ਵੀ ਕੋਈ ਫਾਇਦਾ ਲਿੱਤਾ ਜੀ, ਕੋਈ ਕਿ ਕਣਕ ਤੋਂ ਬਾਅਦ ਸਿੱਧਾ ਝੋਨਾ ਬੀਜ ਰਹੇ ਹੋ? ਅਸੀਂ ਐਤਕੀ ਕੁਛ ਨਹੀਂ ਲਿੱਤਾ ਹੈਗਾ ਜੀ। ਵੈਸੇ ਆਂਢ ਗੁਆਂਢ ਸਾਡੇ ਲੈ ਰਹੇ ਹੈਗੇ, ਜਿਸ ਤਰ੍ਹਾਂ ਮੂੰਗੀ ਦੀ ਬਿਜਾਈ ਕਰ ਰਹੇ ਹੈਗੇ ਆ, ਜਾਂ ਆਪਣੀ ਇਹਦੀ ਮੱਕੀ ਵੀ ਲਾਈ ਹੋਈ ਹੈਗੀ ਹੈ ਕੁਛ ਲੋਕਾਂ ਨੇ ਜੀ। ਜੇਕਰ ਜਿਵੇਂ ਸਰਕਾਰ ਨੇ ਅੱਗੇ MSP ਦੇਤੀ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਅਸੀਂ ਵੀ ਮੂੰਗੀ ਲਈ ਪ੍ਰੇਰਿਤ ਹੋ ਜਾਈਏ, ਮੂੰਗੀ ਲਾ ਕੇ ਫਿਰ ਝੋਨਾ ਲਾ ਜੇ ਤੀਜੀ ਫਸਲ ਲੈ ਸਕਦੇ ਹੈਗੇ। ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੇ ਕਾਰਨ ਨਕੋਦਰ ਦੇ ਲੋਕਾਂ ਵਿੱਚ ਖੁਸ਼ੀ ਦਿਖਾਈ ਦਿੱਤੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਇਸ ਵੱਲ ਧਿਆਨ ਦੇਵੇ। ਨਕੋਦਰ ਤੋਂ ਪੁਨੀਤ ਅਰੋੜਾ ਦੀ ਖਾਸ ਰਿਪੋਰਟ। ਮੋਹਨ ਲਾਲ ਜੀ, ਜਿਹੜੀਆਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ, ਕੀ ਕਹਿਣਾ ਚਾਹੋਗੇ? ਇਹ ਵਧੀਆ ਗੱਲ ਹੈ ਕਿ ਕੀਮਤਾਂ ਘਟਾਈਆਂ ਤਾਂ ਚੰਗੀ ਗੱਲ ਹੈ। ਇਹਨਾਂ ਦਾ ਕਸਟਮਰ ਨੂੰ ਹਰ ਜਗ੍ਹਾ ਫਾਇਦਾ ਹੁੰਦਾ ਆ
ਤੇ ਕੀਮਤਾਂ ਆ, ਬਾਕੀ ਹੋਰ ਵੀ ਜਿਹੜੀਆਂ ਚੀਜ਼ਾਂ ਦਾ ਕੁਝ ਫਰਕ ਪਊਗਾ ਉਹਦਾ ਦੇਖ ਲੈਂਦੇ ਆ। ਮਹਿੰਗਾਈ ਥੋੜੀ ਘਟਦੀ ਹੈ, ਇੰਨਾ ਕਿ ਨਹੀਂ ਫਰਕ ਪੈਂਦੇ, ਬਾਕੀ ਦੇ ਲੋਕ ਪਾਉਂਦੇ ਆ ਵੀ ਕਿ ਨਹੀਂ ਪਾਉਂਦੇ। ਕੀ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਕਿ ਐਕਸਾਈਜ਼ ਜਿਹੜੀਆਂ ਹੈਗੀਆਂ ਡਿਊਟੀਆਂ ਘਟਾਉਣੀਆਂ ਚਾਹੀਦੀਆਂ ਰੇਟ? ਹਾਂਜੀ ਹਾਂਜੀ ਬਸ ਉਹ ਜਿੱਥੇ ਵੀ ਹੋਇਆ ਉਹਦੀ ਨਾ ਮਹਿੰਗਾਈ ਘਟੂਗੀ। ਐਕਸਾਈਜ਼ ਦੀ ਡਿਊਟੀ ਹਰ ਕੋਈ ਜਿੱਥੇ ਵੀ ਹੈਗੀ ਘਟਣ ਦੀ ਯੂਜ਼ ਦਾ ਘਟਾਉਣ ਦੀ ਉੱਥੇ ਘਟ ਹੀ ਜਾਣੀਆਂ ਚਾਹੀਦੀਆਂ। ਘਟੀਆਂ ਹੈਗੀਆਂ ਉਹ ਥੱਲੇ ਮਹੀਨਾ ਰਹਿੰਦਾ 20 ਦਿਨ ਝੋਨੇ ਰਹਿੰਦੇ ਆ। ਜਿੱਦਣ ਦਾ ਹੀ ਨਾ ਝੋਨਾ ਆਪਾਂ ਲਾਉਣ ਲੱਗਣਾ ਮੁੜ ਕੇ ਉੱਥੇ ਫੇਰ ਚਲੇ ਜਾਣਾ। ਜਿੱਦਣ ਝੋਨਾ ਲੱਗ ਗਿਆ ਮੁੜ ਕੇ ਰੇਟ ਫੇਰ ਘਟ ਜਾਣਾ। ਕੀ ਜਿਹੜਾ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਸੀਗਾ ਰੇਟ ਦੇ ਵਿੱਚ ਘਾਟਾ ਕਰਨਾ? ਚਾਹੀਦਾ ਸੀਗਾ, ਪਰ ਹੁਣ ਜਦ ਉਹ ਮਰਜ਼ੀ ਆ ਉਹਨਾਂ ਦੀ। ਹੁਣ ਆਪਾਂ ਉਹਨੂੰ ਠੀਕ ਹੈ, ਜਿਹੜਾ ਹੁਣ ਬੰਦਾ ਕੁਰਸੀ 'ਤੇ ਬਹਿ ਗਿਆ ਉਹਦੀ ਮਰਜ਼ੀ ਆ। ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਐਕਸਾਈਜ਼ ਘਟਾ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਘਾਟਾ ਕੀਤਾ ਗਿਆ, ਕਿੱਦਾਂ ਦੇਖਦੇ ਆ? ਭਾਜੀ ਅਸੀਂ ਬਹੁਤ ਹੀ ਖੁਸ਼ ਹਾਂ ਕਿ 9 ਰੁਪਏ ਪੈਟਰੋਲ ਘਟ ਗਿਆ ਤੇ ਡੀਜ਼ਲ 7 ਰੁਪਏ। ਇਹਦੇ ਨਾਲ ਭਾਜੀ ਅਸੀਂ ਬਹੁਤ ਹੀ ਹੈਪੀ ਹਾਂ, ਕਿਉਂਕਿ ਅਸੀਂ ਭਾਜੀ ਰੋਜ਼ ਦੇ ਰੂਟੀਨ ਦੇ ਵਿੱਚ ਕੰਮ ਕਰਦੇ ਹਾਂ ਭਾਜੀ। ਸਾਡਾ ਜਿੱਦਾਂ ਆਪਣਾ ਕੱਪੜੇ ਦੀ ਸਪਲਾਈ ਦਾ ਕੰਮ ਹੈ ਭਾਜੀ, ਜੇ ਇੰਨੇ ਨਾਲ ਹੀ ਸਾਨੂੰ ਭਾਜੀ ਬਹੁਤ ਹੀ ਰਾਹਤ ਮਿਲ ਜਾਣੀ, ਬਹੁਤ ਹੀ ਫਰਕ ਪੈ ਜਾਣਾ ਭਾਜੀ ਇਹਦੇ ਨਾਲ ਆਪਾਂ ਨੂੰ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਪੰਜਾਬ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਕਿ ਹੋਰ ਜੇ 5-10 ਰੁਪਏ ਪੈਟਰੋਲ ਦਾ ਰੇਟ ਹੋਰ ਘਟ ਜਾਵੇ ਤੇ ਆਮ ਲੋਕੀ ਆਰਾਮ ਦੇ ਨਾਲ ਆਪਣਾ ਸਰਵਾਈਵ ਕਰ ਸਕਣ। ਘਰਾਂ ਦੇ ਬਾਹਰ ਖੜੇ ਮੋਟਰਸਾਈਕਲ ਸਕੂਟਰ ਚੋਰੀ ਹੁੰਦੇ ਤਾਂ ਤੁਸੀਂ ਸੁਣੇ ਹੋਣਗੇ, ਪਰ ਹੁਣ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਘਰਾਂ ਦੇ ਅੰਦਰ ਦਿਨੋਂ ਦਿਹਾੜੇ ਮੋਟਰਸਾਈਕਲ ਚੋਰੀ ਕਰ ਰਹੇ ਹਨ। ਕਾਦੀਆਂ ਦੇ ਰਜ਼ਾਦਾ ਰੋਡ ਤੇ ਸਥਿਤ ਇੱਕ ਕੋਠੀ ਦੇ ਅੰਦਰ ਤੋਂ ਚੋਰ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ ਤੇ ਉੱਥੇ ਇਸ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਕਿ 3 ਨੌਜਵਾਨ ਜੋ ਕਿ ਆਪਣੇ ਮੋਟਰਸਾਈਕਲ ਤੋਂ ਆਉਂਦੇ ਹਨ ਅਤੇ ਬੜੇ ਹੀ ਆਰਾਮ ਨਾਲ ਇੱਕ ਘਰ ਦਾ ਗੇਟ ਖੋਲ ਕੇ ਅੰਦਰ ਜਾ ਕੇ ਉਹਨਾਂ ਦਾ ਬੁਲਟ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਜਤਿੰਦਰਪਾਲ ਸਿੰਘ ਰਜ਼ਾਦਾ ਰੋਡ ਕਾਦੀਆਂ ਦਾ ਨਿਵਾਸੀ ਹਾਂ। ਅੱਜ 22/5/2022 ਨੂੰ 1:58 ਤੇ ਮੇਰੇ ਘਰ ਤੋਂ ਮੇਰੇ ਬੇਟੇ ਦਾ ਬੁਲਟ ਮੋਟਰਸਾਈਕਲ ਆਪਣਾ 2 ਆਦਮੀ ਚੋਰੀ ਕਰਕੇ ਲੈ ਗਏ ਨੇ, ਜਿਨ੍ਹਾਂ ਚੋਂ ਇੱਕ ਨੇ ਆਪਣਾ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਔਰ ਪੈਰ 'ਚ ਚੱਪਲਾਂ ਪਾਈਆਂ ਹੋਈਆਂ ਨੇ, ਇੱਕ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਔਰ ਉਹ ਦੋਵਾਂ ਦੇ ਮੂੰਹ ਬੰਨੇ ਹੋਏ ਨੇ। ਤੇ ਇਹ ਕੋਈ 1:58 ਤੋਂ ਪਹਿਲਾਂ ਮੇਰਾ ਆ ਕੇ ਇਹਨਾਂ ਨੇ ਗੇਟ ਖੋਲ੍ਹਿਆ। ਗੇਟ ਖੋਲ੍ਹਣ ਦੇ ਵਿੱਚ ਜਦੋਂ ਆਵਾਜ਼ ਆਈ ਹੈ ਕੋਈ ਨਿਕਲਣ ਦੀ, ਤੇ ਇੱਕਦਮ ਆਪਣਾ ਪਰਾਂ ਪਲਾਟ ਵੱਲ ਨੂੰ ਸੜਕ ਵੱਲ ਨੂੰ ਭੱਜ ਗਏ ਨੇ। ਭੱਜਣ ਤੋਂ ਬਾਅਦ ਫਿਰ ਥੋੜ੍ਹੀ ਦੇਰ ਬਾਅਦ ਕੋਈ 10 ਸੈਕਿੰਡ ਬਾਅਦ ਜਾਂ 20 ਸੈਕਿੰਡ ਬਾਅਦ ਜਿੰਨੇ ਚੀਜ਼ ਕੈਮਰੇ 'ਚ ਆਉਂਦਾ ਪਿਆ ਰਿਕਾਰਡ, ਫਿਰ ਵਾਪਸ ਆਏ ਨੇ ਔਰ ਬੜੀ ਆਪਣਾ ਸਫਾਈ ਦੇ ਨਾਲ ਬੁਲਟ ਮੋਟਰਸਾਈਕਲ ਦਾ ਸਟੈਂਡ ਹੱਥ ਨਾਲ ਚੁੱਕ ਕੇ ਤੇ ਪਹਿਲਾਂ ਬੈਕ ਲੈ ਗਏ ਨੇ ਤੇ ਫਿਰ ਥੋੜ੍ਹੀ ਦੇਰ ਅੱਗੇ ਆਪਣਾ ਜਾ ਕੇ ਸਟਾਰਟ ਕਰਕੇ ਤੇ ਲੈ ਗਏ। ਕੀ ਮੰਗ ਕਰਦੇ ਜਾਂਦੇ ਨੇ ਜਦੋਂ ਬੰਦੇ ਆਏ ਨੇ ਤੁਸੀਂ ਘਰ ਵਿੱਚ ਨਹੀਂ ਹੈਗੇ ਸੀ ਉਦੋਂ? ਜੀ ਅਸੀਂ ਸਾਰੇ ਘਰ 'ਚ ਆ। ਮੈਂ ਥੋੜ੍ਹੀ ਦੇਰ ਪਹਿਲਾਂ ਆਇਆ ਵਾਂ, ਆਪਣਾ 1:30 ਵਜੇ ਨਾਲ ਮੈਂ ਘਰ ਆਇਆ ਵਾਂ। 1:58 ਦੀ ਗੱਲ ਹੈ ਤੇ ਅਸੀਂ ਆਪਣਾ ਖਾਣਾ ਵਗੈਰਾ ਖਾਂਦੇ ਪਏ ਆਪਣਾ ਤੇ ਆਪੋ ਆਪਣੇ ਰੂਮ 'ਚ ਆ। ਉਸ ਤੋਂ ਬਾਅਦ ਇਹ ਆਪਣਾ ਬਸ ਬਾਹਰ ਆਏ ਨੇ, ਗੇਟ ਖੋਲ੍ਹਿਆ ਇਹਨਾਂ ਨੇ ਬੜੀ ਸਫਾਈ ਨਾਲ ਤੇ ਮੇਰਾ ਭਤੀਜਾ ਬਾਹਰ ਦੇਖਣ ਗਿਆ, ਉਦੋਂ ਕੁਛ ਨਹੀਂ ਲੱਗਾ ਤੇ ਇਹ ਬਾਅਦ 'ਚ ਉਸ ਤੋਂ ਇਹ ਵਿਦਿਨ 10-20 ਸੈਕਿੰਡ ਬਾਅਦ ਇਹ ਮੋਟਰਸਾਈਕਲ ਗਾਇਬ ਲੈ ਗਏ। ਕੀ ਕਹਿਣਾ ਚਾਹੁੰਦੇ ਤਾਂ ਦਿਨ ਦਿਹਾੜੇ ਚੋਰੀ ਕੀ ਮੰਗ ਕਰਦੇ? ਮੈਂ ਤੇ ਪ੍ਰਸ਼ਾਸਨ ਕੋਲ ਇਹੋ ਮੰਗ ਕਰਨਾ ਵਾ ਵੀ ਇਹ ਮੇਰਾ ਜਿਹੜਾ ਨੁਕਸਾਨ ਹੋਇਆ, ਇੱਕ ਤੇ ਵੇਖੋ ਨੁਕਸਾਨ ਇੱਕ ਲਹਿਦਾ ਚੀਜ਼ ਹੈ, ਇੱਕ ਰਾਹ ਪੈ ਜਾਣੀ ਹੈ ਤੇ ਵਾਹ ਪੈ ਜਾਣੀ ਹੈ, ਵੀ ਇਹ ਇਸਾਂ ਦੇ ਅਨਸਰਾਂ ਨੂੰ ਨੱਥ ਪਾਈ ਜਾਵੇ ਵੀ ਦਿਨ ਦਿਹਾੜੇ ਅੱਜ ਕੱਲ੍ਹ ਨੂੰ ਮੇਰੇ ਭਤੀਜੇ। ਅੱਜ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਖੇ ਚੰਨ ਪ੍ਰਦੇਸੀ ਪੰਜਾਬੀ ਫਿਲਮ ਲੇਖਾਕਾਰ ਦੇ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਲੇਖਾਕਾਰ ਨੇ ਕਿਹਾ ਹੈ ਕਿ ਇਹ ਫਿਲਮ ਅੱਜ ਤੋਂ ਸਾਲ ਪਹਿਲਾਂ ਪਰਦਿਆਂ ਤੇ ਰਿਲੀਜ਼ ਹੋ ਚੁੱਕੀ ਹੈ ਤੇ ਹੁਣ ਫਿਲਮ ਨੂੰ ਦੁਬਾਰਾ ਮੋਨੇਟਾਈਜ਼ ਕਰਕੇ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਦੇ ਲਈ ਇਸ ਫਿਲਮ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ ਤੇ ਜੋ ਆਉਣ ਵਾਲੀ 27 ਮਈ ਨੂੰ ਇਹ ਵੱਡੇ ਪਰਦੇ ਤੇ ਰਿਲੀਜ਼ ਕੀਤੀ ਜਾਵੇਗੀ। ਮੇਰਾ ਨਾਮ ਜੀ ਡਾਕਟਰ ਚਰਨ ਸਿੰਘ ਸਿੱਧੂ ਹੈ, ਮੈਂ ਲੰਡਨ ਰਹਿੰਦਾ ਜੀ ਤੇ ਇਹ ਫਿਲਮ ਦਾ ਕਿਉਂਕਿ ਮੈਂ ਇਸ ਫਿਲਮ ਨਾਲ ਅਟੈਚ ਸੀਗਾ ਸ਼ੁਰੂ ਤੋਂ। ਬਲਦੇਵ ਗਿੱਲ ਜੀ ਮੇਰੇ ਦੋਸਤ ਨੇ, ਸ਼ੁਰੂ ਦੇ ਅਸੀਂ ਪੰਜਾਬ ਯੂਨੀਵਰਸਿਟੀ ਇਕੱਠੇ ਸੀਗੇ ਤੇ ਮੈਨੂੰ ਇਸ ਫਿਲਮ ਨੇ ਜਦੋਂ ਮੈਂ ਦੇਖੀ ਸੀ ਬਣੀ ਹੋਈ, ਉਦੋਂ ਤੋਂ ਹੀ ਮੇਰੇ ਦਿਮਾਗ ਸੀਗਾ ਕਿ ਇਹ ਫਿਲਮ ਜਿਹੜੀ ਆ ਇਹਨੂੰ ਮਤਲਬ ਕਿ ਲੋਕਾਂ ਦੇ ਹਰ ਇੱਕ ਜਿਹੜਾ ਜਨਰੇਸ਼ਨਸ ਅਗਲੀਆਂ ਵੀ ਹੈਗੀਆਂ ਉਹ ਇਸ ਫਿਲਮ ਨੂੰ ਦੇਖਣ। ਇਸ ਕਰਕੇ ਅਸੀਂ ਇਸ ਫਿਲਮ ਨੂੰ ਮਤਲਬ ਕਿ ਦੁਬਾਰਾ ਡਿਜੀਟਾਈਜ਼ ਕਰਾ ਕੇ ਇਹਦਾ ਮਿਊਜ਼ਿਕ 5.1 ਆ। ਇਸ ਕਰਕੇ ਤੁਸੀਂ ਇਹ ਚਾਹੁੰਦੇ ਕਿ ਹਰ ਇੱਕ ਯੂਥ ਵੀ ਦੇਖੇ, ਜਿਹਨੇ ਪਹਿਲਾਂ ਵੇਖੀ ਆ ਉਹ ਦੇਖਣਗੇ ਤੇ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਨਜ਼ਾਰਾ ਆਊਗਾ ਦੇਖਣ ਦਾ। ਸੋ ਵੀ ਵਾਂਟ ਕਿ ਹਰ ਇੱਕ ਬੰਦਾ ਇਹਨੂੰ ਵੇਖੇ ਫਿਲਮ ਮਲਟੀਪਲੈਕਸਿਸ ਦੇ ਵਿੱਚ, ਸਾਰੇ PVR ਸਿਨੇਮਿਆਂ 'ਚ, ਆਈਨੌਕਸ ਜਿੰਨੇ ਵੀ ਸਿਨੇਮੇ ਸਭ ਦੇ ਲੱਗ ਰਹੀ ਹੈ। ਡਿਸਟ੍ਰੀਬਿਊਸ਼ਨ ਹੋ ਚੁੱਕੀ ਹੈ, ਹੋ ਗਈ ਹੈ। ਅਸੀਂ 27 ਡਿਸਟ੍ਰੀਬਿਊਸ਼ਨ ਹੋਈ ਹੈ ਤੇ 27 ਨੂੰ ਹੋਏਗੀ ਨਾ ਰਿਲੀਜ਼। ਹਾਂਜੀ, ਨਵਾਂ ਪ੍ਰਿੰਟ, ਨਵੀਂ ਸਾਊਂਡ ਤੇ ਮਤਲਬ ਕਿ ਤੁਸੀਂ
ਮੈਂ ਚਾਹੁੰਦਾ ਕਿ ਤੁਸੀਂ ਇਹ ਦੇਖੇ ਤੋਂ ਬਿਨਾਂ ਕਈ ਵਾਰ ਤੁਸੀਂ ਦੱਸ ਨਹੀਂ ਸਕਦੇ ਕਿ ਰਿਲੀਜ਼ ਹੋਣੇ ਆ ਹਾਂਜੀ 27 ਮਈ ਨੂੰ ਇਹਦੇ ਵਿੱਚ ਕੋਈ ਸਰ ਛੇੜਾਖਾਨੀ ਤਾਂ ਨਹੀਂ ਇਹ ਉਹੀ ਉਸੇ ਫਿਲਮ ਨੂੰ ਅਸੀਂ ਮਤਲਬ ਪ੍ਰਜ਼ਰਵ ਕੀਤਾ ਆ, ਐਨਹਾਂਸ ਕੀਤਾ ਆ। ਤੇ ਸੋਚ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਦੇਖੋ ਵੈਸਟ ਸਾਡੀ ਇੱਕ ਪ੍ਰੋਬਲਮ ਆ, ਅਸੀਂ ਪੰਜਾਬੀ ਦੇ ਸਾਡੇ ਕਲਚਰ ਕਿ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਨਹੀਂ। ਤੇ ਤੁਸੀਂ ਦੇਖੋਗੇ ਹਾਲੀਵੁੱਡ ਦੇ ਵਿੱਚ ਵੀ ਈਵਨ ਆਪਣੇ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਵੀ ਜਿਵੇਂ ਸ਼ੋਲੇ ਫਿਲਮ ਸੀ ਜਾਂ ਆਪਣਾ ਮੁਗਲ ਆਜ਼ਮ ਸੀ ਜਾਂ ਹੋਰ ਫਿਲਮਾਂ ਨੂੰ ਉਹਨਾਂ ਨੇ ਦੁਬਾਰਾ ਜਿਹੜਾ ਰਿਲੀਜ਼ ਕੀਤਾ। ਫਲੋਰ ਦੀ ਮਹਾਰਾਜਾ ਪੰਜਾਬ ਪੁਲਿਸ ਅਕੈਡਮੀ ਜੋ ਨਸ਼ੇ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਮੀਡੀਆ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਨਸ਼ਾ ਵੇਚੇ ਜਾਣ ਅਤੇ ਨਸ਼ਾ ਕਰਨ ਦੀਆਂ ਖਬਰਾਂ ਨੂੰ ਪ੍ਰਮੁਖਤਾ ਨਾਲ ਨਸ਼ਰ ਕੀਤਾ ਗਿਆ ਸੀ ਅਤੇ ਇਸ ਰੈਕਟ ਦਾ ਭਾਂਡਾ ਫੋੜਿਆ ਸੀ, ਜਿਸ ਤੋਂ ਬਾਅਦ ਫਲੋਰ ਪੁਲਿਸ ਦੇ ਵੱਲੋਂ 2 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਦੌਰਾਨ ਕੀਤੀ ਗਈ ਤਫਤੀਸ਼ ਦੌਰਾਨ ਫਲੋਰ ਪੁਲਿਸ ਨੇ 5 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦਕਿ ਇੱਕ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਪਾਸੋਂ 42 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਮੈਂ ਏਐਸਏ ਉਮੇਸ਼ ਕੁਮਾਰ ਫਲੋਰ ਥਾਣਾ ਤੈਨਾਤ ਹਾਂ ਤੇ ਕੱਲ ਅਸੀਂ ਪੁਆਇੰਟ ਹੋ ਜਾਂਦੇ ਸੀ ਤੇ ਗੱਡੀ ਵਿੱਚ ਸਾਨੂੰ ਇਸੇ ਪੁਆਇੰਟਾਂ ਤੋਂ ਅਸੀਂ ਸ਼ੈਲਰ ਬੱਸ ਪੁੱਜੇ ਨਾ, ਉੱਥੇ ਇੱਕ ਕਾਰ ਖੜੀ ਸੀ, ਕਾਰ ਦੇ ਵਿੱਚ ਇੱਕ ਲੇਡੀਜ਼ ਬੈਠ ਕੇ ਤੱਕੀ ਖੋਲ੍ਹ ਕੇ ਉਹਦੇ ਆਸ-ਪਾਸ ਜਿਹੜੇ ਨਸ਼ੇੜੀ ਬੰਦੇ ਮਤਲਬ ਨੌਜਵਾਨ ਟਾਈਪ ਬੰਦੇ ਖੜੇ ਸੀ, ਉਹਨਾਂ ਨੂੰ ਇਹ ਸਮਾਨ ਹੈਰੋਇਨ ਟਾਈਪ ਦੀ ਕੋਈ ਚੀਜ਼ ਨਸ਼ੀਲੀ ਚੀਜ਼ ਦੇ ਰਹੀ ਸੀ ਇਹ, ਤੇ ਮੌਕੇ ਉੱਤੇ ਤੋਂ ਗੰਡਾ ਹੀ ਬਰਾਮਦ ਕੀਤਾ ਹੈ ਤੇ ਇਹਦੀ ਹੈਰੋਇਨ ਵੀ ਬਰਾਮਦ ਕੀਤੀ ਹੈ। 42 ਗ੍ਰਾਮ ਜਿਹੜਾ ਵਜ਼ਨ ਕੀਤਾ 42 ਗ੍ਰਾਮ ਮਤਲਬ ਹੈਰੋਇਨ ਦਾ ਉਹਦਾ ਵਜ਼ਨ ਹੋਇਆ ਹੈ। ਠੀਕ ਹੈ ਜੀ, ਕੱਲ੍ਹ ਅਸੀਂ ਗ੍ਰਿਫਤਾਰੀ ਪਾਈ ਹੈ, ਗੱਡੀ ਰਿਕਵਰ ਕੀਤੀ ਹੈ। ਠੀਕ ਹੈ ਜੀ, ਹਾਂਜੀ 1 ਦਿਨ ਦਾ ਇਹਦਾ ਪੁਲਿਸ ਰਿਮਾਂਡ ਅੱਜ ਹਾਸਲ ਕੀਤਾ ਹੈ, ਇਹਨੂੰ ਕੱਲ੍ਹ ਅਸੀਂ ਪੇਸ਼ ਕਰਾਂਗੇ। ਹਾਂਜੀ ਇਹ ਕਹਿੰਦੇ ਮੇਰਾ ਜਿਹੜਾ ਘਰ ਵਾਲਾ ਗੁਰਦੀਪ ਸਿੰਘ ਆ ਉਹ ਮੈਨੂੰ ਲਿਆ ਕੇ ਆਉਂਦਾ ਸੀ ਤਲਵੰਡੀ ਤੋਂ, ਤੇ ਗਾਹਕਾਂ ਨੂੰ ਮੈਂ ਇੱਥੇ ਇੱਦਾਂ ਹੀ ਦਿੰਦੀ ਸੀ, ਜਿੱਦਾਂ ਚੱਲਦੇ ਫਿਰਦੇ ਜਿਹੜੇ ਗਾਹਕ ਇੱਥੇ ਆ ਜਾਂਦੇ ਸੀ ਮੇਰੇ ਕੋਲ, ਮੈਂ ਇੱਥੇ ਉਹਨਾਂ ਨੂੰ ਸਮਾਨ ਦੇ ਹਾਂ ਇਹਨੇ ਉਹ ਆਪਣੀ ਪੁੱਛਗਿੱਛ ਦੱਸਿਆ ਵੀ PPA ਫਲੋਰ ਦਾ ਇੱਕ ਸ਼ਕਤੀ ਨਾਂ ਦਾ ਬੰਦਾ ਹੈ, ਉਹਨੂੰ ਮੈਂ ਸਮਾਨ ਦਿੰਦੀ ਸੀ। ਹੋਰ ਵੀ ਮੇਰੇ ਤੋਂ ਮੁਲਾਜ਼ਮ ਆਉਂਦੇ ਉੱਥੇ ਦੇ ਮੁਲਾਜ਼ਮ ਆਉਂਦੇ ਸੀ, ਪਰ ਮੈਨੂੰ ਨਾਮ ਨਹੀਂ ਪਤਾ ਬਾਕੀਆਂ। ਠੀਕ ਹੈ ਜੀ, ਇਸ ਦੇ ਸੰਬੰਧ 'ਚ ਆਈ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਮੈਂ ਉਸ ਤੋਂ ਬਾਅਦ ਅਗਲੀ ਤਫਤੀਸ਼ ਪੰਜਢੇਰੇ ਦੀ ਰਹਿਣ ਵਾਲੀ ਆ, ਜੋ ਪਤਾ ਲੱਗਾ ਵੀ ਇਹ ਮਤਲਬ ਸਪਲਾਈ ਕਰਦੀ ਆ, ਜਿਸ ਦੇ ਜਿਹੜੇ ਹੈਗੇ ਪੇਕਿਆਂ ਦੇ ਪਿੰਡ ਦੇ ਤੇ ਇੱਥੇ ਦੇ ਸਾਬਕਾ ਹਾਲਾਤ ਜਿਹੜੇ ਆ ਉਹ ਜਾਣੂ ਕਰਵਾ ਰਹੇ ਆ, ਤੇ ਜੋ ਵੀ ਇਹਦੇ ਵਿੱਚ ਹੋਊਗਾ ਅੱਗੇ ਤਫਤੀਸ਼ ਦੇ ਵਿੱਚ ਆਊਗਾ ਉਹਦੇ ਮੁਤਾਬਕ ਜਿਹੜੀ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ। ਮਤਲਬ ਇਹ ਹੈ ਵੀ ਜਿਹੜਾ ਇੱਥੇ ਸਪਲਾਈ ਹੁੰਦੀ ਸੀਗੀ ਹੈਰੋਇਨ ਦੀ ਜਾਂ ਚਿੱਟੇ ਦੀ, ਉਹਦੇ ਵਿੱਚ ਕੱਲ ਦੇਰ ਰਾਤ ਸੂਬੇ ਦੇ ਵਿੱਚ ਹਨੇਰੀ ਤੇ ਤੂਫਾਨ ਚੱਲਿਆ, ਜਿਸ ਨਾਲ ਇੱਕ ਪਾਸੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਲੇਕਿਨ ਦੂਜੇ ਪਾਸੇ ਦੇਰ ਰਾਤ ਜਲੰਧਰ ਸ਼ਹਿਰ ਦੇ ਪਿੰਡ ਧੀਣਾ ਦੇ ਵਿੱਚ ਇੱਕ ਘਰ ਵਿੱਚ ਸੋ ਰਹੇ 5 ਜੀਆਂ ਦੇ ਉੱਤੇ ਨਵੀਂ ਬਣ ਰਹੀ ਦੀਵਾਰ ਡਿੱਗ ਗਈ, ਜਿਸ ਨਾਲ ਇੱਕੋ ਘਰ ਦੇ 2 ਲੋਕਾਂ ਦੀ ਜਾਨ ਚਲੀ ਗਈ ਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਇਸ ਬਾਬਤ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਘਰ ਦੀ ਦੀਵਾਰ ਨਵੀਂ ਬਣਾਈ ਜਾ ਰਹੀ ਸੀ, ਜੋ ਕਿ ਦੇਰ ਰਾਤ ਤੱਕ ਬਣਾਈ ਰਹੀ। ਉਸ ਤੋਂ ਬਾਅਦ ਜਦੋਂ ਘਰ ਦੇ ਸਾਰੇ ਜੀਅ ਉੱਤੇ ਸੌਂ ਗਏ ਤਾਂ ਹਨੇਰੀ ਤੂਫਾਨ ਦੇ ਨਾਲ ਦੀਵਾਰ ਸਾਰੇ ਘਰ ਦੇ ਜੀਆਂ ਉੱਤੇ ਜਾ ਡਿੱਗੀ। ਰਾਤੀ ਸੋ ਰਹੇ ਸੀ ਮੇਰਾ ਪੂਰਾ ਪਰਿਵਾਰ, ਤੇ ਇਹਨਾਂ ਨੇ ਉੱਪਰ ਕੰਧ ਜਿਹੜੀ ਸਿੰਗਲ ਕੀਤੀ ਆ, ਇਹ ਰਾਤੀ 1 ਵਜੇ ਕੰਧ ਗਿਰ ਗਈ ਇੱਥੇ। ਇਹਦੇ ਵਿੱਚ ਕੀ ਕੌਣ ਜ਼ਖਮੀ ਹੈ ਇਸ ਟਾਈਮ ਰਾਜਕੁਮਾਰ ਤੇ ਮੋਹਿਤ ਜ਼ਖਮੀ ਹੈ, ਮਨਪ੍ਰੀਤ ਤੇ ਵੰਦਨਾ ਇਹਨਾਂ ਦੀ ਡੈਥ ਹੋ ਗਈ। ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਹੈਲਪ ਚਾਹੁੰਦੇ ਹਾਂ, ਹੈਲਪ ਚਾਹੀਦੀ ਸਾਨੂੰ। ਬਾਤ ਇਹ ਹੋਈ ਹੈ ਜੀ ਕਿ ਰਾਤੀ ਜਦੋਂ ਹਨੇਰੀ ਤੂਫਾਨ ਆਇਆ ਉੱਤੋਂ ਇੱਕ ਦੀਵਾਰ ਡਿੱਗ ਗਈ। ਜਦੋਂ ਸਾਨੂੰ ਪਤਾ ਲੱਗਾ ਸੀ ਉਸੇ ਵੇਲੇ ਹੀ ਆ ਗਏ। ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਆ, ਸਾਰੀ ਦੀ ਸਾਰੀ ਕਮੇਟੀ ਸਾਡੀ ਇੱਥੇ ਮੌਕੇ ਤੇ ਹੀ ਪਹੁੰਚ ਗਈ। ਕਿੰਨੇ ਕੀ ਪਰਿਵਾਰ ਸੀ ਇਹਨਾਂ ਦੇ? ਇਹਨਾਂ ਦਾ ਪਰਿਵਾਰ ਦੀ 2 ਦੀ ਮੌਤ ਹੋ ਗਈ ਤੇ 2 ਸੀਰੀਅਸ ਆ ਬਹੁਤ ਜ਼ਿਆਦਾ। ਸਰ ਜਿਹੜਾ ਬੱਚਾ ਉਹ ਵੀ ਸੀਰੀਅਸ ਆ। ਕਿੰਨੇ ਵਜੇ ਦੀ ਘਟਨਾ ਹੈ? ਇਹ ਕੋਈ 11 ਵਜੇ ਦੇ ਲਗਭਗ ਹੋਈ ਸੀ ਰਾਤ ਨੂੰ। ਇਹਦੀ ਇਨਫੋਰਮੇਸ਼ਨ ਆਈ ਸੀ ਪਰਮਜੀਤ ਸਿੰਘ ਦਾ ਇੱਥੇ ਇੰਦਰਾ ਕਲੋਨੀ 'ਚ ਰਹਿੰਦੇ, ਜਿਹੜੀ ਫਿਰ ਰਾਤ ਨੂੰ ਇੱਥੇ ਬਰਾਂਡੇ ਸੁੱਤੇ ਪਏ ਸੀ, ਨਾਲ ਘਰ ਕੰਸਟਰਕਸ਼ਨ ਹੋ ਰਹੀ ਸੀ। ਜਦੋਂ ਰਾਤ ਨੂੰ ਕਿਤੇ ਅਚਾਨਕ ਹਨੇਰੀ ਆਈ ਹੈ, ਉਹ ਉੱਪਰੋਂ ਇੱਟਾਂ ਡਿੱਗੀਆਂ, ਇਹ ਬਰਾਂਡੇ ਸੁੱਤੇ ਪਏ ਸੀ। ਜਿਹ 'ਚ ਪਰਮਜੀਤ ਸਿੰਘ ਦੀ ਸੀਰੀਅਸ ਹੈ, ਇਹਦਾ ਬੇਟਾ ਤੇ ਇਹਦੀ ਨੂੰਹ ਦੀ ਬੇਟੀ ਦੀ ਡੈਥ ਹੋ ਗਈ ਹੈ। ਜਿਹਦੇ ਸਬੰਧ 'ਚ ਅਸੀਂ ਇਹਨਾਂ ਕੋਲ ਉੱਥੇ ਮੌਕੇ 'ਤੇ ਪਹੁੰਚ ਕੇ ਜੋ ਵੀ ਕਹਿੰਦੇ ਆ। ਪਰਿਵਾਰ ਦੇ ਕਿੰਨੇ ਜੀਅ ਸੀ ਸਰ? 5 ਜੀ।
ਸਰ ਹੁਣ ਕਿਹੜੇ ਹਸਪੀਟਲ ਗਏ ਹੋਏ? SGL ਹਸਪੀਟਲ ਡਾਕਟਰ ਸਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਅੱਜ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਹਰ ਸਿੱਖ ਨੂੰ ਕਾਨੂੰਨ ਮੁਤਾਬਿਕ ਹਥਿਆਰ ਰੱਖਣੇ ਚਾਹੀਦੇ ਹਨ। ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਦੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਨੇ ਕਿਹਾ ਹੈ ਕਿ ਕੁਝ ਸ਼ਰਾਰਤੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਤੇ ਉਹਨਾਂ ਕਿਹਾ ਹੈ ਕਿ ਜਥੇਦਾਰ ਦਾ ਇਹ ਬਿਆਨ ਨਿੰਦਣਯੋਗ ਹੈ ਤੇ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਨਹੀਂ ਕੋਈ ਐਸਾ ਇਸ਼ੂ ਨਹੀਂ। ਪੰਜਾਬ ਬੜਾ ਬੈਟਰ ਟਰੈਕ ਦੇ ਉੱਤੇ ਚੱਲ ਰਿਹਾ। ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਅਮਨ ਸ਼ਾਂਤੀ ਆ। ਸਦੀਆਂ ਪੁਰਾਣਾ ਸਾਡਾ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਸਾਡਾ ਭਾਈਚਾਰਾ ਹੈ। ਇਹਨੂੰ ਕੋਈ ਸ਼ਰਾਰਤੀ ਅੰਸਰ ਜੇ ਲੀਓ ਲਾਉਣ ਦਾ ਯਤਨ ਕਰਨਗੇ ਤਾਂ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ। ਕੋਈ ਪ੍ਰੋਬਲਮ ਨਹੀਂ। ਪੰਜਾਬ ਦੇ ਅੰਦਰ ਪੂਰਾ ਪੀਸ ਹੈ ਔਰ ਲੋਕ ਬੜਾ ਗੁੱਡ ਫੀਲ ਕਰ ਰਹੇ ਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਡਾ ਟੋਟਲ ਪੰਜਾਬ ਇੱਕ ਵਾਰ ਦੁਬਾਰਾ ਉਹਨੇ ਸਲਟ ਕੀਤਾ ਔਰ ਅਸੀਂ ਚਾਹੁੰਦੇ ਹਾਂ ਵੀ ਪੰਜਾਬ 'ਚ ਦੁਬਾਰਾ ਇੱਦਾਂ ਦਾ ਮਾਹੌਲ ਬਣੇ ਵੀ ਇੱਥੇ ਦੁਬਾਰਾ ਮਿਲਖਾ ਸਿੰਘ ਪੈਦਾ ਹੋਣ। ਪੰਜਾਬ ਦੇ ਅੰਦਰ ਸ਼ਾਂਤੀ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਲਾਇਬਿਲਿਟੀ ਵੀ ਹੈ ਔਰ ਜਿਹੜੇ ਕੁਝ ਸ਼ਰਾਰਤੀ ਅੰਸਰ ਇਸ ਕਿਸਮ ਦਾ ਬਿਆਨ ਦਿੰਦੇ ਆ ਉਹ ਜਿਹੜੇ ਆ ਉਹਦਾ ਗੈਰ ਮਿਆਰੀ ਨੇ ਔਰ ਮੈਂ ਸਮਝਦਾ ਵੀ ਲੋਕਾਂ ਨੂੰ ਆਪਸ 'ਚ ਲੜਾ ਕੇ ਕੁਝ ਲੋਕ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਆ ਲੇਕਿਨ ਇਹਦੀ ਕੋਈ ਵੀ ਆਗਿਆ ਨਾ ਪੰਜਾਬੀ ਦੇਣਗੇ ਨਾ ਸਰਕਾਰ ਦੇ। ਜਲੰਧਰ ਦੇ ਮਿਲਾਪ ਚੌਂਕ ਦੇ ਕੋਲ ਨੈਸ਼ਨਲ ਇਲੈਕਟ੍ਰੋਨਿਕ ਦੁਕਾਨ ਵਿੱਚ ਅੱਗ ਲੱਗ ਗਈ ਜਿਸ ਨਾਲ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪਤਾ ਨਹੀਂ ਜੀ, ਮੈਂ ਬਾਹਰ ਸੀਗਾ ਘਰੋਂ, ਮੈਨੂੰ ਫੋਨ ਆਇਆ ਕਿ ਅੱਗ ਲੱਗ ਗਈ ਹੈ। ਬਸ ਮੈਂ ਵੀ ਇੱਥੇ ਖੜਾ ਹੋ। ਕਬਾੜ ਸੀਗਾ, ਹੋਰ ਸਮਾਨ ਸੀਗਾ ਦੁਕਾਨ ਦਾ, ਮੇਰੀ ਪਾਪੜ ਬੜੀਆਂ ਦਾ ਕਾਫੀ ਸਮਾਨ ਸੀਗਾ। ਹੁਣ ਦੇਖ ਕੇ ਪਤਾ ਲੱਗੇਗਾ, ਮੈਂ ਅਜੇ ਦੇਖਿਆ ਨਹੀਂ। ਅੰਦਰ ਕੋਈ ਸੀਗਾ ਤਾਂ ਨਹੀਂ? ਅੰਦਰ ਘਰ ਸਾਡਾ ਥੱਲੇ ਹੈਗਾ ਜੀ। ਓਕੇ, ਕਿਸੇ ਨੂੰ ਨੁਕਸਾਨ ਤਾਂ ਨਹੀਂ? ਨਹੀਂ ਕੋਈ ਨੁਕਸਾਨ। ਬਚਾਅ? ਹਾਂਜੀ, ਟਾਈਮ ਸਿਰ ਆ ਗਏ ਜੀ, ਉਹਨਾਂ ਨੇ ਬਹੁਤ ਵਧੀਆ ਕੀਤਾ, ਟਾਈਮ ਸਿਰ ਆ ਕੇ ਆਪਣਾ ਅੱਗ ਬੁਝਾਈ ਹੈ। ਰਜਿੰਦਰ ਕੁਮਾਰ ਸੋਤਾ ਜੀ। ਸਰ ਕਦੋਂ ਪਤਾ ਲੱਗਿਆ ਤੁਹਾਨੂੰ ਅੱਗ ਲੱਗੀ ਘਟਨਾ? ਅਸੀਂ ਤਾਂ ਜਸਟ ਰੌਂਡ ਤੇ ਨਿਕਲੇ ਸੀ ਤਾਂ ਅਸੀਂ ਦੂਰੋਂ ਧੂੰਆਂ ਦੇਖ ਲਿਆ। ਇਹਨਾਂ ਨੇ ਹਲੇ ਫਾਇਰ ਬ੍ਰਿਗੇਡ ਕਾਲ ਕੀਤੀ ਸੀ, ਜਾਨੂੰ ਅਸੀਂ ਮੌਕੇ ਤੇ ਆ ਗਏ। ਇਸ ਲਈ ਮੌਕੇ ਤੇ ਅੱਗ ਨੂੰ ਅਸੀਂ ਦੱਬ ਲਿਆ। ਕਿੰਨੀ ਦੇਰ ਹੋ ਗਈ? ਸਾਨੂੰ ਮੇਰੇ ਕੋਲ 15-20 ਮਿੰਟ ਹੋਏ ਅੱਗ ਤੇ। ਦੇਖੋ ਕਿੰਨੀ ਵੱਡੀ ਅੱਗ ਹੈ, 10 ਮਿੰਟ 'ਚ ਅਸੀਂ ਕੰਟਰੋਲ ਕਰ ਲਿਆ। ਮਿੰਟਾਂ 'ਚ ਪਹੁੰਚ ਕੇ ਸਹੀ ਗੱਲ ਹੈ। ਹਾਂਜੀ, ਨੁਕਸਾਨ ਤਾਂ ਦੇਖੋ ਜਦੋਂ ਅੱਗ ਲੱਗਦੀ ਨੁਕਸਾਨ ਤਾਂ ਹੋਣਾ ਹੀ। ਕਿਸੇ ਪਰਸਨ ਦਾ ਕੋਈ ਨੁਕਸਾਨ ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਹ ਅਸੀਂ ਸਾਰੇ ਬਾਹਰ ਕੱਢ ਲਏ ਸੀ। ਇਹਨਾਂ ਦੀ ਨੋਵਾ ਗੱਡੀ ਸੀ ਅੰਦਰ, ਉਹ ਬਾਹਰ ਕਢਾ ਲਈ ਸੀ। ਜੋ ਵੀ ਬੰਦੇ ਸੀਗੇ ਅਸੀਂ ਬਾਹਰ ਕਢਾ ਲਏ ਸੀ ਆਉਂਦੇ। ਹੁਣ ਅੱਗ ਤੇ ਬਿਲਕੁਲ ਕੰਟਰੋਲ 'ਚ, ਹੁਣ ਬਿਲਕੁਲ ਸ਼ਾਂਤ। ਕਿੰਨੀਆਂ ਗੱਡੀਆਂ ਲੱਗੀਆਂ ਸਰ ਅੱਗ ਬੁਝਾਉਣ 'ਚ? ਗੱਡੀਆਂ ਤਾਂ ਫਿਲਹਾਲ 2 ਲੱਗੀਆਂ। ਇੱਕ ਛੋਟਾ ਯੋਧਾ ਮਾਨਯੋਗ ਸੀਐਮ ਸਾਹਿਬ ਨੇ ਸਾਨੂੰ ਦਿੱਤਾ ਸੀ, ਉਹਨੇ ਬਹੁਤ ਵਧੀਆ ਕੰਮ ਕੀਤਾ, ਮੌਕੇ ਤੇ ਆ ਗਿਆ। 3 ਗੱਡੀਆਂ, ਇੱਕ ਯੋਧਾ ਛੋਟਾ, 2 ਵੱਡੀਆਂ ਗੱਡੀਆਂ ਹੋਰ ਮਗਰ ਮੰਗਾ ਰਹੇ ਆ। ਹਲੇ ਫੋਲ ਫਲਈਆ ਚੱਲੂਗਾ ਕਿਉਂਕਿ ਉੱਥੇ ਕਵਾੜ ਬਹੁਤ ਜ਼ਿਆਦਾ ਪਿਆ। ਬੀਤੀ ਰਾਤ ਤੇਜ਼ ਹਨੇਰੀ ਦੇ ਕਾਰਨ ਫਤਿਹਗੜ੍ਹ ਸਾਹਿਬ ਦੇ ਪਿੰਡ ਭਮਾਰਸੀ ਜੋਰ ਵਿਖੇ ਕਮਿਊਨਿਟੀ ਹਾਲ ਦਾ ਭਾਰੀ ਨੁਕਸਾਨ ਹੋ ਗਿਆ ਤੇ ਇਸੇ ਦੌਰਾਨ ਬਿਜਲੀ ਡਿੱਗਣ ਦੇ ਨਾਲ ਜਿੱਥੇ ਇਮਾਰਤ ਨੂੰ ਤੜੇੜਾਂ ਆ ਗਈਆਂ ਉੱਥੇ ਹੀ ਕਮਿਊਨਿਟੀ ਹਾਲ ਦੀ ਛੱਤ ਬੁਰੀ ਤਰ੍ਹਾਂ ਨਾਲ ਟੁੱਟ ਗਈ। ਪਿੰਡ ਵਾਸੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੀ ਸਰਕਾਰ ਦੇ ਸਮੇਂ 48 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕਮਿਊਨਿਟੀ ਹਾਲ ਲੋਕਾਂ ਦੀ ਸਹੂਲਤ ਦੇ ਲਈ ਬਣਾਇਆ ਗਿਆ ਸੀ, ਪਰੰਤੂ ਬੀਤੀ ਰਾਤ ਬਿਜਲੀ ਡਿੱਗਣ ਦੇ ਕਾਰਨ ਇਮਾਰਤ ਦਾ ਬਹੁਤ ਬੜਾ ਨੁਕਸਾਨ ਹੋ ਗਿਆ ਹੈ। ਭਮਾਰਸੀ ਜੇਲ੍ਹ ਵਿਖੇ ਖੜੇ ਆ। ਇੱਥੇ ਗ੍ਰਾਮ ਪੰਚਾਇਤ ਵੱਲੋਂ ਇੱਕ ਮੈਰਿਜ ਪੈਲੇਸ ਬਣਾਇਆ ਗਿਆ ਸੀ ਔਰ ਕੱਲ ਰਾਤ ਅਸਮਾਨੀ ਬਿਜਲੀ ਉੱਥੇ ਡਿੱਗੀ ਤੇ ਬਹੁਤ ਬੜਾ ਨੁਕਸਾਨ ਹੋਇਆ। ਮੈਂ ਸਰਪੰਚ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਜਿਹੜਾ ਜੀ ਸਾਹਿਬ ਹੈ ਉਹਨਾਂ ਨੂੰ ਵੀ ਜਿਹੜਾ ਇਹ ਇਲਮ ਹੋਣਾ ਚਾਹੀਦਾ ਸੀ ਕਿ ਜਿੱਥੇ ਇੰਨੇ ਪੈਸੇ ਦਾ ਲੋਕਾਂ ਦੇ ਪੈਸੇ ਨਾਲ ਮੈਰਿਜ ਪੈਲੇਸ ਬਣਦੇ ਉੱਥੇ ਬਿਜਲੀ ਗਿਰਨ ਦਾ ਜਿਹੜਾ ਇੰਸਟਰੂਮੈਂਟ ਉਹ ਲਵਾਉਣਾ ਚਾਹੀਦਾ ਸੀ। ਤੇ ਇਹਦੀ ਅਸੀਂ ਪੂਰੀ ਜਿਹੜੀ ਵੀਡੀਓ ਆਫਿਸ ਨਾਲ ਗੱਲ ਕਰਕੇ ਜੇਈ ਹੈ ਜਿਹੜਾ ਜਵਾਬਦੇਹੀ ਬਣਾਵਾਂਗੇ ਔਰ ਜਿਹੜਾ ਮੈਰਿਜ ਪੈਲੇਸ ਦਾ ਨੁਕਸਾਨ ਹੋਇਆ ਇਹ ਗ੍ਰਾਮ ਪੰਚਾਇਤ ਨਾਲ ਮਿਲ ਕੇ ਅਸੀਂ ਦੁਬਾਰਾ ਇਹ ਮੈਰਿਜ ਪੈਲੇਸ ਨੂੰ ਠੀਕ ਕਰਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ। ਸਾਡੇ ਪਿੰਡ ਮੈਰਿਜ ਪੈਲੇਸ ਦੇ ਵਿੱਚ ਅਸਮਾਨੀ ਬਿਜਲੀ ਗਿਰਨ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੋ ਕਿ 48 ਲੱਖ ਦੀ ਲਾਗਤ ਨਾਲ ਬਣਿਆ ਵਾ ਸੀ। ਜੇਕਰ ਕੋਈ ਵਿਅਕਤੀ ਇੱਥੇ ਪਿਆ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ। ਐਵੇਂ ਜਾਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਕਹਿੰਦੇ ਵੀ ਬਿਜਲੀ ਵਾਲਾ ਯੰਤਰ ਜ਼ਰੂਰ ਲਵਾਉਣ, ਇਹਦਾ ਕੋਈ ਨੁਕਸਾਨ ਨਾ ਹੋ ਜਾਵੇ। ਅੰਮ੍ਰਿਤਸਰ ਦੇ ਪੂਰਾ ਖੇਤਰ ਵਿੱਚ ਇੱਕ ਕਾਉਂਸਲਰ ਹੀਰੋ ਬਣ ਗਿਆ ਜਦੋਂ ਉਸਨੇ 2 ਲੁਟੇਰਿਆਂ ਨੂੰ ਰੰਗੇ ਹੱਥੀਂ ਫੜ ਲਿਆ। ਦਰਅਸਲ ਇਹ ਲੁਟੇਰੇ ਡਾਕਟਰ ਦੀ ਦੁਕਾਨ ਵਿੱਚੋਂ ਲੁੱਟ-ਪਾਟ ਕਰਨ ਲਈ ਆਏ ਸਨ ਪਰ ਇਲਾਕਾ ਨਿਵਾਸੀਆਂ ਦੀ ਸੂਝ-ਬੂਝ ਨਾਲ ਦੋਨਾਂ ਲੁਟੇਰਿਆਂ ਨੂੰ ਬੰਦੀ ਬਣਾ ਲਿਆ ਤੇ ਲੋਕਾਂ ਨੇ ਜੰਮ ਕੇ ਕੁੱਟਮਾਰ ਕੀਤੀ। ਸ਼ਟਰ ਥੱਲੇ ਕਰਕੇ ਇਹਨਾਂ ਦੇ ਹੱਥ ਟੋਕਾ ਸੀ, ਮੈਂ ਦੱਸ ਰਿਹਾ ਇਹਨਾਂ ਦੇ ਹੱਥ ਟੋਕਾ ਸੀ ਤੇ ਟੋਕਾ ਲੈ ਕੇ ਨਾ ਦੁਕਾਨ ਦੇ ਪਹਿਲਾਂ ਅੰਦਰ ਵੜੇ, ਸ਼ਟਰ ਮਾਰਿਆ, ਉਹਨਾਂ ਨੇ ਸੱਟਾਂ ਮਾਰੀਆਂ ਤੇ ਇੱਕ ਚੁਬਰ
ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਵਿਚਾਰਿਆਂ ਨੇ ਸੱਟਾਂ ਮਾਰੀਆਂ ਸਾਰੀਆਂ ਤੇ ਪਰਸ ਕੱਢ ਕੇ ਭੱਜ ਗਏ, ਇਲਾਕੇ ਵਾਲਿਆਂ ਨੇ ਫੜ ਲਿਆ। ਕਪੜਾ ਇਹ ਟੋਕਾ ਲੈ ਕੇ ਅੱਗੇ ਆ ਜਾਓ, ਅੱਗੇ ਆ ਜਾਓ, ਅੱਗੇ ਆ ਜਾਓ, ਅੱਗੇ ਮਾਰਦੇ ਤੇ ਮੈਨੂੰ ਫੇਰ ਮੈਂ ਚਲੀ ਜਾਂਦਾ। ਓਏ ਨਾ ਇਹਨਾਂ ਨੇ ਟੋਕਾ ਲੈ ਕੇ ਪਹਿਲਾਂ ਡਾਕਟਰ ਸਾਹਿਬ ਦੀ ਦੁਕਾਨ ਤੇ ਅੰਦਰ ਸ਼ਟਰ ਮਾਰ ਕੇ ਟੋਕੇ ਨਾਲ ਡਾਕਟਰ ਸਾਹਿਬ ਨੂੰ ਕੁੱਟਿਆ। ਇਹ ਟੋਕਾ ਛੱਡ ਕੇ ਉਸ ਤੋਂ ਬਾਅਦ ਇਹਨਾਂ ਨੇ ਹਾਲਾਤ ਕੀ ਕੀਤੇ, ਇਹਨਾਂ ਨੂੰ ਪਰਸ ਲੈ ਕੇ ਤੇ ਬਾਅਦ ਚੋਂ ਇਲਾਕੇ ਵਾਲਿਆਂ ਨੇ ਸਾਰਿਆਂ ਨੇ ਫੜ ਲਿਆ। ਇਹ ਪਰਸ ਹੈ ਤੇ ਪਰਸ ਲੈ ਕੇ ਤੇ ਇਲਾਕੇ ਵਾਲਿਆਂ ਨੇ ਫੜ ਕੇ ਇਹਨਾਂ ਨੂੰ ਆਪਾਂ ਤੁਹਾਡੇ ਕੋਲ ਫੜਾ ਲਗੇ ਆ। ਇਹਦੇ ਤੇ ਜਿਹੜਾ ਟੋਕੇ ਦਾ ਧਾਰਾ ਲੱਗਦੀਆਂ, ਚੋਰੀ ਦੀਆਂ ਲੱਗਦੀਆਂ। 2 ਦਿਨ ਪਹਿਲਾਂ ਰਾਤ ਸਮੇਂ ਰਾਜਨ ਅਗਰਵਾਲ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹਦੇ ਕਿਹਾ ਕਿ ਖੇਤਰ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਗੋਲੀਆਂ ਦੂਜੀ ਧਿਰ ਨੇ ਚਲਾਈਆਂ ਪਰ ਉਲਟਾ ਝੂਠੇ ਬਿਆਨ ਦੇ ਕੇ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਉਹ ਖੇਤਰ ਵਿੱਚ ਗੁੰਡਾਗਰਦੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮੰਗ ਕੀਤੀ ਕਿ ਸਾਬਕਾ ਵਿਧਾਇਕ ਰਿੰਕੂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਅਰੈਸਟ ਕਰਾਂਗੇ ਕਿਉਂਕਿ ਉਹਨੇ ਖੁਦ ਐਕਸੈਪਟ ਕੀਤਾ ਕਿ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਪਰ ਗੋਲੀਆਂ ਚਲਾਈ ਆ। ਜੇ ਅਗਰ ਨਹੀਂ ਹੁੰਦਾ 24 ਘੰਟੇ ਚ ਫੇਰ ਕੀ ਕਰੋਗੇ? ਅਸੀਂ ਆਪਣੇ ਸੀਐਮ ਸਾਹਿਬ ਨੂੰ ਮਿਲਾਂਗੇ, ਸੀਐਮ ਸਾਹਿਬ ਦੇ ਤੋਂ ਮੰਗ ਰੱਖਾਂਗੇ ਕਿ ਜਿਹੜੇ ਕੁਝ ਪੁਰਾਣੇ ਮੁਲਾਜ਼ਮ ਆ ਉਹ ਗੈਂਗਸਟਰਾਂ ਦੀ ਹੱਲੇ ਵੀ ਮਦਦ ਕਰ ਰਹੇ ਆ। ਠੀਕ ਹੈ ਨਾ ਜੀ? ਔਰ ਤੁਹਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ? ਪੂਰਾ ਯਕੀਨ ਹੈ ਜੀ, 24 ਘੰਟੇ ਬਾਅਦ ਉਹ ਬਿਲਕੁਲ ਅਰੈਸਟ ਕਰਨਗੇ ਜੀ। ਪੰਜਾਬ ਦੇ ਮੌਸਮ ਵਿਭਾਗ ਵੱਲੋਂ ਦਿੱਤੀ ਚੇਤਾਵਨੀ ਵਿੱਚ ਪੰਜਾਬ 'ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੋਮਵਾਰ ਤੇ ਮੰਗਲਵਾਰ ਤੇਜ਼ ਹਵਾਵਾਂ ਤੇ ਹਨੇਰੀਆਂ ਚੱਲਣਗੀਆਂ ਤੇ ਗੜੇਮਾਰੀ ਵੀ ਹੋਵੇਗੀ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਖਾਸ ਤੌਰ ਤੇ ਚੇਤਾਵਨੀ ਦਿੰਦੇ ਕਿਹਾ ਗਿਆ ਹੈ ਕਿ ਲੋਕੀ ਘਰਾਂ ਵਿੱਚ ਘੱਟੋ-ਘੱਟ ਬਾਹਰ ਨਿਕਲਣ ਅਤੇ ਟਰੈਵਲਿੰਗ ਤੇ ਖਾਸ ਧਿਆਨ ਦੇਣ। ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਕਿਸ ਤਰ੍ਹਾਂ ਰਹੇਗਾ? ਹਾਂਜੀ, ਪਿਛਲੇ ਦਿਨਾਂ 'ਚ ਜਿਹੜਾ ਹੀਟ ਵੇਵ ਕੰਡੀਸ਼ਨ ਚੱਲ ਰਹੀ ਸੀ, ਅੱਜ ਕਿਉਂਕਿ ਬਾਰਿਸ਼ ਹੋਈ ਹੈ ਤਾਂ ਉਹਦੇ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਜੀ ਸਾਰਿਆਂ ਨੂੰ। ਅੱਜ ਜਿਹੜੀ ਰੇਨਫਾਲ ਰਿਕਾਰਡ ਕੀਤੀ ਗਈ ਹੈ 17.6 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਨਾਰਮਲ ਜਿਹੜੀ ਮਈ ਮਹੀਨੇ ਦੀ ਰੇਨ ਹੈ 23.3 ਮਿਲੀਮੀਟਰ ਹੈਗੀ ਹੈ ਜੀ। ਸੋ ਇਹ ਫਸਟ ਟਾਈਮ ਹੀ ਰੇਨ ਹੋਈ ਆ ਮਈ ਮਹੀਨੇ ਦੇ ਵਿੱਚ ਜਿਹੜੀ ਕਿ 17.6 ਮਿਲੀਮੀਟਰ ਰਿਕਾਰਡ ਕੀਤੀ ਹੈ। ਬਟ ਅੱਜ ਔਰ ਈਵਨ ਕੱਲ੍ਹ ਤੱਕ ਵੀ ਹਲੇ ਪ੍ਰਿਡਿਕਸ਼ਨ ਹੈਗੀ ਆ ਕਿ ਡਸਟ ਸਟੋਰਮਸ, ਥੰਡਰ ਸਟੋਰਮਸ ਜਾਂ ਹੇਲਸ ਜਾਂ ਲਾਈਟ ਰੇਨ ਹੋ ਸਕਦੀ ਹੈ। ਕਿਸ ਤਰ੍ਹਾਂ ਦਾ ਮੌਸਮ ਰਹੇਗਾ? ਤੇਜ਼ ਹਵਾਵਾਂ, ਗੜੇਮਾਰੀ ਕਿਸ ਤਰ੍ਹਾਂ ਦਾ ਰਹੇਗਾ ਮੌਸਮ? ਬਿਲਕੁਲ ਜੀ, ਅੱਜ ਤੇ ਕੱਲ੍ਹ ਦੋਨੋਂ ਦਿਨ ਡਸਟ ਸਟੋਰਮਸ, ਥੰਡਰ ਸਟੋਰਮਸ, ਤੇਜ਼ ਹਵਾਵਾਂ ਚੱਲ ਸਕਦੀਆਂ ਨੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ। ਸੋ ਸਾਰਿਆਂ ਨੂੰ ਇਹੀ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈ ਕਿ ਜੇ ਅਵੋਇਡ ਹੋ ਸਕਦਾ ਤਾਂ ਟਰੈਵਲ ਨਾ ਕਰੋ। ਜਿਹੜੇ ਫਾਰਮ ਆਪਰੇਸ਼ਨਸ ਨੇ ਉਹ ਵੀ ਹਲੇ ਸਸਪੈਂਡਡ ਹੀ ਰੱਖਣ ਫਾਰਮਰਸ। ਮੈਡਮ ਅਲਰਟ ਵੀ ਕੋਈ ਹੁੰਦਾ ਵਿੱਚ ਕੁਝ ਅਲਰਟ ਜਾਰੀ ਕੀਤਾ ਜਾਂਦਾ? ਬਿਲਕੁਲ ਜੀ, ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹਦਾ ਹੁੰਦਾ ਕਿ ਤੁਸੀਂ ਪ੍ਰੀਪੇਅਰਡ ਰਹੋ ਕਿਸੇ ਤਰ੍ਹਾਂ ਦੀ ਵੀ ਕੰਡੀਸ਼ਨਸ ਵਾਸਤੇ, ਕਿਉਂਕਿ ਜਿਹੜੀਆਂ ਹਵਾਵਾਂ ਜ਼ਿਆਦਾ ਤੇਜ਼ ਵਗਣ ਦੀ ਸੰਭਾਵਨਾ ਹੈ। ਫਸਲਾਂ ਵਾਸਤੇ ਵੀ ਕੋਈ ਨੁਕਸਾਨ ਹੁੰਦੀ ਹੈ ਜਿਵੇਂ ਤੇਜ਼ ਹਵਾਵਾਂ, ਗੜੇਮਾਰੀ? ਬਿਲਕੁਲ ਜੀ, ਜਿਹੜੀਆਂ ਖੜੀਆਂ ਫਸਲਾਂ ਹੁੰਦੀਆਂ ਨੇ ਉਹਨਾਂ ਨੂੰ ਗੜੇ ਵੀ ਨੁਕਸਾਨ ਕਰਦੇ ਨੇ। ਜਦੋਂ ਤੇਜ਼ ਹਵਾਵਾਂ ਬਹੁਤ ਚੱਲਦੀਆਂ ਨੇ ਉਹ ਵੀ ਨੁਕਸਾਨ ਕਰਦੀਆਂ ਨੇ, ਸੋ ਉਹਨਾਂ ਨੂੰ ਨੁਕਸਾਨ ਹੋ ਸਕਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਕਾਨੂੰਨੀ ਤਰੀਕੇ ਨਾਲ ਲਾਇਸੈਂਸੀ ਮਾਡਰਨ ਹਥਿਆਰ ਰੱਖਣ ਦੀ ਅਪੀਲ ਕੀਤੀ ਗਈ। ਜਥੇਦਾਰ ਦਾ ਕਹਿਣਾ ਹੈ ਕਿ ਹਾਲਾਤ ਨੂੰ ਦੇਖਦਿਆਂ ਜ਼ਰੂਰੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਬਿਆਨ ਨਾਲ ਕੀ ਫਰਕ ਪਵੇਗਾ, ਪਰ ਇਸ ਬਿਆਨ ਨੇ ਇੱਕ ਵੱਡੀ ਸਿਆਸਤ ਛੇੜ ਦਿੱਤੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ ਹੈ ਔਰ ਇਸ ਮਹਾਨ ਗੁਰਿਆਈ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ 5 ਭੌਤਿਕ ਤਨ ਦੇ ਵਿੱਚ ਵਿਚਰਦਿਆਂ ਵਕਤ ਦੀ ਹਕੂਮਤ ਦੇ ਨਾਲ 4 ਯੁੱਧ ਲੜੇ ਔਰ 4 ਦੇ ਵਿੱਚ ਹੀ ਫਤਿਹ ਪ੍ਰਾਪਤ ਕੀਤੀ। ਪੂਰੇ ਹਿੰਦੁਸਤਾਨ ਦੇ ਅੰਦਰ ਗੈਰ ਮੁਸਲਮਾਨ ਲੋਕਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਸ਼ਕਤੀਸ਼ਾਲੀ ਸਾਮਰਾਜ ਨੂੰ, ਹਕੂਮਤ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ। ਲੇਕਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 4 ਯੁੱਧ ਲੜ ਕੇ 4 ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇਸ ਧਾਰਨਾ ਨੂੰ ਤੋੜਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼, ਸਿੱਖਿਆ ਦਿੱਤੀ ਕਿ ਹੁਣ ਵਕਤ ਆ ਗਿਆ ਹੈ ਕਿ ਹਰ ਸਿੱਖ ਜਿੱਥੇ ਬਾਣੀ ਪੜ੍ਹ ਕੇ ਬਲਵਾਨ ਹੋਵੇ ਉੱਥੇ ਸ਼ਸਤਰਧਾਰੀ ਜ਼ਰੂਰ ਹੋਵੇ। ਘੋੜਸਵਾਰੀ, ਸ਼ਸਤਰ ਵਿਦਿਆ
ਇਹ ਜਿਹੜੇ ਗੁਣ ਹੈ, ਇਹ ਜਿਹੜੀਆਂ ਕਲਾਵਾਂ ਨੇ, ਇਹ ਹਰ ਸਿੱਖ ਜਿਹੜਾ ਹੈ ਉਹ ਜ਼ਰੂਰ ਸਿੱਖੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਅੱਜ ਵੀ ਕਾਰਗਰ ਹੈ। ਅੱਜ ਵੀ ਜ਼ਰੂਰਤ ਹੈ ਸਾਡੇ ਖਾਸ ਤੌਰ ਤੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਦੇਸ਼ਾਂ ਦੀ ਇਹ ਪਾਲਣਾ ਕਰਦੇ ਆ। ਸ਼ਸਤਰਧਾਰੀ ਹੋਈਏ, ਗੱਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ, ਇਹ ਜਿਹੜੀਆਂ ਕਲਾਵਾਂ ਨੇ ਇਹਨਾਂ ਦੇ ਵਿੱਚ ਸੁਸਿੱਖਿਅਤ ਹੋਈਏ ਔਰ ਹਰ ਸਿੱਖ ਲਾਇਸੈਂਸੀ ਜਿਹੜੇ ਮਾਡਰਨ ਹਥਿਆਰ ਨੇ ਲੀਗਲ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿੱਖ ਯਤਨ ਜ਼ਰੂਰ ਕਰੇ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਆ ਰਿਹਾ, ਹਾਲਾਤ ਇਸ ਤਰ੍ਹਾਂ ਦੇ ਜਿਹੜੇ ਬਣ ਰਹੇ ਹੈ ਕਿ ਹਰ ਸਿੱਖ ਆਪਣੇ ਆਪ ਨੂੰ ਬਾਣੀ ਪੜ੍ਹ ਕੇ, ਨਾਮ ਜਪ ਕੇ, ਭਜਨ ਕਰਕੇ ਬਲਵਾਨ ਬਣਾਵੇ ਔਰ ਨਾਲ ਨਾਲ ਤੰਦਰੁਸਤ ਹੋਵੇ, ਨਸ਼ਿਆਂ ਤੋਂ ਰਹਿਤ ਹੋਵੇ, ਕਿਉਂਕਿ ਨਸ਼ੇ ਜਿਹੜੇ ਨੇ ਇਹ ਸਰੀਰ ਗਾਲ ਰਹੇ ਨੇ। ਨਸ਼ੇ ਸਾਡੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਨੇ, ਨਸ਼ੇ ਸਾਡੇ ਘਰਾਂ ਨੂੰ ਬਰਬਾਦ ਕਰ ਰਹੇ ਨੇ, ਨਸ਼ੇ ਸਾਡੀ ਜ਼ਮੀਰ ਮਾਰ ਰਹੇ ਨੇ, ਨਸ਼ੇ ਸਾਡੀ ਮੱਤ ਮਾਰ ਰਹੇ ਨੇ। ਅਸੀਂ ਇਹਨਾਂ ਨਸ਼ਿਆਂ ਤੋਂ ਖਹਿੜਾ ਛੁਡਾਈਏ ਤੇ ਨਸ਼ਿਆਂ ਤੋਂ ਖਹਿੜਾ ਛੱਡਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਬਾਣੇ ਵਾਲੇ ਪਾਸੇ ਆਈਏ, ਬਾਣੇ ਦੇ ਧਾਰਨੀ ਬਣੀਏ, ਸਤ ਸੰਗਤ ਕਰੀਏ। ਇਹੋ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਦੇਸ਼ ਹੈ। ਮੈਂ ਇੱਕ ਵਾਰੀ ਫੇਰ ਮੇਰੀ ਪ੍ਰੀਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੁੰਡਾ ਪਿੰਡ ਦੇ ਮੰਡ ਖੇਤਰ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੰਚਾਇਤੀ ਜ਼ਮੀਨ ਦਾ ਦਖਲ ਲੈਣ ਆਏ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਹੋ ਗਈਆਂ, ਜਿਸ ਦੇ ਚੱਲਦਿਆਂ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਆਏ ਪ੍ਰਸ਼ਾਸਨ ਨੂੰ ਕਿਸਾਨ ਆਗੂਆਂ ਦੇ ਵਿਰੋਧ ਕਰਨ ਨਾਲ ਬੇਰੰਗ ਵਾਪਸ ਪਰਤਣਾ ਪਿਆ। ਜਾਣਕਾਰੀ ਅਨੁਸਾਰ ਅੱਜ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਦੇ ਨਾਲ ਪਿੰਡ ਮੁੰਡਾ ਪਿੰਡ ਵਿਖੇ ਮੰਡ ਖੇਤਰ ਵਿੱਚ ਕਿਸਾਨਾਂ ਤੋਂ ਕਰੀਬ 33 ਕਿੱਲੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਉਣ ਗਏ ਸਨ, ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਪ੍ਰਸ਼ਾਸਨ ਇਹ ਦਖਲ ਲੈਣ ਤੋਂ ਵਾਂਝਾ ਰਿਹਾ। ਪੈਲੀ ਦੇ ਜੀ ਆ ਪੈਲੀ ਤੇ ਕਬਜ਼ਾ ਕਰ, ਜਿਹੜੀ ਆ ਪੈਲੀ ਇਹਦੇ ਵਿੱਚ ਮੇਰੀ ਪੈਲੀ ਹੈ। ਅੱਛਾ ਜੀ, ਅੱਜ ਪ੍ਰਸ਼ਾਸਨ ਪਹੁੰਚਿਆ ਹੈ ਕਬਜ਼ਾ ਲੈਣ ਵਾਸਤੇ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ? ਅਸੀਂ ਦੇਖੋ ਜੀ ਆ ਦਰਿਆ ਦੇ ਕੰਢੇ ਤੇ ਬੈਠੇ ਆ, ਦੇਖੋ ਤੁਹਾਡੇ ਸਾਹਮਣੇ ਲਾਗੇ ਦਰਿਆ ਵਗੰਦਿਆ ਵਾ। ਇਹ ਜਿਹੜੀਆਂ ਪੈਲੀਆਂ ਵਾ ਬਹੁਤ ਹੀ ਮੁਸ਼ਕਲ ਨਾਲ ਬਾਤ ਕੀਤੀਆਂ ਸੀ। ਉਦੋਂ ਸਾਨੂੰ ਗੌਰਮੈਂਟ ਆਂਦੀਆਂ ਸੀ ਵੀ ਇਹਨਾਂ ਪੈਲੀਆਂ ਨੂੰ ਬਾਤ ਕਰੋ, ਇਹਨਾਂ ਤੋਂ ਅੱਤਵਾਦ ਦਾ ਮਾਹੌਲ ਹੀ ਉਦੋਂ ਆਂਦੀਆਂ ਵੀ ਪੈਲੀਆਂ ਇਹ ਬਾਤ ਕਰੋ, ਲੋਕ ਇੱਥੋਂ ਖੁਸ਼ਹਾਲ ਹੋ ਜਾਣਗੇ। ਪਰ ਜੇ ਅੱਜ ਅਸੀਂ ਬਾਤ ਕੀਤੀਆਂ ਵਾ, ਇਹ ਦਰਿਆਵਾਂ ਦੇ ਕੰਢਿਆਂ ਤੇ ਬਹਿ ਕੇ ਦਰਿਆਵਾਂ ਦੇ ਉੱਤੇ ਨਾਲ ਬਹੁਤ ਭਿਆਨਕ ਸਮੇਂ ਲੰਘੇ ਆ। ਸਾਡੇ ਜਿਹੜੇ ਬੱਚੇ ਆ ਦਰਿਆਓਂ ਪਾਰ ਪੜਨ ਜਾਂਦੇ ਸੀ ਤੇ ਅੱਜ ਵੀ ਵੇਖ ਲਓ ਕਿਸ਼ਤੀ ਤੇ ਬੱਚੇ ਜਾਂਦੇ ਆ ਪੜਨ। ਸਾਡੇ ਕੋਲ ਕੋਈ ਇੱਥੇ ਸਕੂਲ ਨਹੀਂ ਆ ਤੇ ਉਲਟਾ ਸਾਡੇ ਕੋਲ ਪੈਲੀਆਂ ਖੋਹਣ ਆ ਗਏ ਆ। ਇਹ ਜਿਹੜੀ ਆਮ ਆਦਮੀ ਸਰਕਾਰ ਆ ਲੋਕਾਂ ਦੇ ਬਣਾਈ ਸੀ ਵੀ ਲੋਕਾਂ ਨੂੰ ਸ਼ੌਂਕ ਹੀ ਵੀ ਇਹ ਸਰਕਾਰ ਨਵੀਂ ਬਣੇ ਤੇ ਸਾਨੂੰ ਕੋਈ ਨਾ ਕੋਈ ਫਾਇਦਾ ਹੋਵੇ, ਤੇ ਸਾਡੇ ਬੱਚਿਆਂ ਦਾ ਕੀ ਸੋਚਣਾ ਵਾ? ਸਾਡੀਆਂ ਤੇ ਪੈਲੀਆਂ ਹੀ ਵਾਹੁਣ ਆ ਗਏ। ਅਸੀਂ ਤੇ ਬੱਚੇ ਜਿਹੜੇ ਆ ਸਾਡੇ ਅੱਗੇ ਇੱਥੇ ਭੁੱਖੇ ਧਿਆਰੀ ਦੇ ਆ, ਵੇਖ ਲਓ ਸਾਡੀਆਂ ਮਾਤਾ ਭੈਣਾਂ, ਕੋਈ ਸਾਡਾ ਇੱਥੇ ਕੋਈ ਸਾਧਨ ਨਹੀਂ ਆ, ਸਾਡਾ ਪਿੰਡ ਜਾਣ ਨੂੰ ਸਾਧਨ ਨਹੀਂ ਆ। ਅਸੀਂ ਜਦੋਂ ਸੌਣ ਤੇ ਮੀਂਹ ਪੈਣਾ ਵਾ, ਅਸੀਂ ਬੇੜੀਆਂ ਤੇ ਪਿੰਡ ਜਾਂਦੇ ਆ, ਇੱਥੋਂ ਬੇੜੀ ਲੱਗਦੀ ਆ। ਪਿਛਲੇ ਸਾਲ ਸਾਨੂੰ ਬੇੜੀਆਂ ਦਿੱਤੀਆਂ ਸੀ ਤੇ ਬੇੜੀਆਂ ਤੇ ਪਿੰਡ ਜਾਂਦੇ ਆ। ਕੋਈ ਸਾਡਾ ਆਉਣ ਜਾਣ ਦਾ ਰਸਤਾ ਬੰਦ ਹੋ ਜਾਂਦਾ ਵਾ ਤੇ ਉਲਟਾ ਸਾਡੇ ਕੋਲ ਪੈਲੀਆਂ ਖੋਹਦੇ ਆ। ਦੇਖੋ ਸਰਕਾਰਾਂ ਦੇ ਕੰਮ, ਇਹ ਨਕੰਮੀਆਂ ਸਰਕਾਰਾਂ ਜਿਹੜੀਆਂ ਵਾ। ਗੁਰਦਾਸਪੁਰ ਦੇ ਪਿੰਡ ਖੋਖਰ ਵਿੱਚ ਇੱਕ ਡਾਕਟਰ ਨੇ ਪਿੰਡ ਦੇ ਹੀ ਕਿਸਾਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੇਤਾਂ ਵਿੱਚ ਅੱਗ ਲਗਾਈ ਗਈ ਹੈ ਤੇ ਫਿਰ ਇਹ ਅੱਗ ਉਹਨਾਂ ਦੇ ਬਾਗ ਤੱਕ ਪਹੁੰਚ ਗਈ ਤੇ ਲਗਭਗ ਉਹਨਾਂ ਦੇ 200 ਫਲਦਾਰ ਪੌਦੇ ਸੜ ਕੇ ਸੁਆਹ ਹੋ ਗਏ ਤੇ 4 ਲੱਖ ਦਾ ਨੁਕਸਾਨ ਹੋ ਗਿਆ। ਪਰ ਪੁਲਿਸ ਨੇ ਕਿਸਾਨ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ। ਉਹਨਾਂ ਮੰਗ ਕੀਤੀ ਕਿ ਕਿਸਾਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਸਾਡਾ ਬਾਗ ਹੈ ਜੀ, ਜਿਹੜਾ ਅਸੀਂ ਠੇਕੇ ਦਿੱਤਾ ਸੀ ਅੱਗੇ। ਇਹ ਰਾਮਪਾਲ ਪੁੱਤਰ ਗਨੀਰਾਮ ਪਠਾਨਕੋਟ ਦਾ ਰਹਿਣ ਵਾਲਾ ਤੇ ਕੁਝ ਬੰਦੇ ਸਾਡੇ ਨਾਲ ਵੈਰ ਰੱਖਦੇ ਪਿੰਡ 'ਚ। ਇਹ ਜਰਨੈਲ ਸਿੰਘ ਤੇ ਉਹਦਾ ਬੇਟਾ ਹੈਗਾ ਗੁਰਪ੍ਰੀਤ ਸਿੰਘ। ਉਹਨਾਂ ਨੇ ਆਪਣੇ ਖੇਤ ਦੇ ਨਾੜ ਨੂੰ ਅੱਗ ਲਾਈ ਤੇ ਨਾਲ ਹੀ ਸਾਡੇ ਬਾਗ ਨੂੰ ਲੱਗ ਗਈ। ਕਿੰਨਾ ਨੁਕਸਾਨ ਹੋਇਆ? ਸਾਡੇ ਕਰੀਬ 200 ਬੂਟੇ ਸੜ ਗਏ ਜੀ। ਕਾਹਦੇ ਬੂਟੇ? ਇਹ ਆਲੂ ਬੁਖਾਰੇ ਦੇ, ਲੀਚੀ ਤੇ। ਕਿੰਨਾ ਨੁਕਸਾਨ ਮੰਨਦੇ ਹੋ ਇਹਦਾ? ਇਹਦਾ ਕਰੀਬ 4 ਲੱਖ ਦਾ ਨੁਕਸਾਨ ਹੈਗਾ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਅਸੀਂ ਮੰਗ ਕਰਦੇ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏ। ਜਿਹੜਾ ਸਾਡਾ ਨੁਕਸਾਨ ਹੋਇਆ, ਸਾਡੇ ਜਿਹੜੇ ਬੂਟੇ ਹੋ ਗਏ ਜਿਹਨੂੰ ਇਹਨਾਂ ਨੂੰ 4-4 ਸਾਲ 5-5 ਸਾਲ ਜਿਹੜੀ ਮਿਹਨਤ ਲੱਗੀ ਹੈ, ਇਹਦੀ ਭਰਪਾਈ ਕੀਤੀ ਜਾਏ। ਪੁਲਿਸ ਨੂੰ? ਹਾਂ, ਬਾਗਬਾਨੀ ਵਿਭਾਗ ਨੂੰ ਕੀਤੀ ਹੈ। ਅਸੀਂ ਸੋਮਵਾਰ ਨੂੰ ਬਾਗਬਾਨੀ ਵਿਭਾਗ ਨੂੰ ਕੀਤੀ ਸੀ। ਸ਼ਨੀਵਾਰ ਦੀ ਲਾਸਟ ਸੈਚਰਡੇ ਦੀ ਕੰਪਲੇਂਟ ਦਿੱਤੀ ਪਈ। ਇੱਥੇ ਮਾਰਕ ਵੀ ਹੋ ਗਈ ਹੈ, ਪਰ ਅਜੇ ਤੱਕ ਕੋਈ ਬੰਦਾ 6-7 ਦਿਨ ਹੋ ਗਿਆ ਮੌਕਾ ਦੇਖਣ ਵੀ ਨਹੀਂ ਆਇਆ। ਸ਼੍ਰੀ ਮੁਕਤਸਰ ਸਾਹਿਬ ਵਿੱਚ ਈ-ਰਿਕਸ਼ਾ ਚਲਾਉਣ ਵਾਲੇ ਵਿਅਕਤੀ ਸਤਨਾਮ ਸਿੰਘ ਨੇ ਬੱਸ ਅੱਡੇ ਤੇ ਸਥਿਤ ਪੁਲਿਸ ਚੌਂਕੀ ਦੇ ਹੌਲਦਾਰ ਕੁਲਦੀਪ ਸਿੰਘ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਪੁਲਿਸ ਦੀ ਈ-ਰਿਕਸ਼ਾ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਨੂੰ ਫੜ ਕੇ ਛੱਡ ਦਿੱਤਾ। ਦੂਜੇ ਪਾਸੇ ਪੁਲਿਸ ਵਾਲਾ ਬੈਟਰੀ ਵਾਪਸ ਦੇਣ ਦੀ ਏਵਜ਼ ਵਿੱਚ 2000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।
ਉਹਨਾਂ ਕਿਹਾ ਕਿ ਉਸਨੇ ਹਿਡਨ ਕੈਮਰੇ ਵਿੱਚ ਇੱਕ ਫਿਲਮ ਵੀ ਬਣਾਈ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ। ਮੈਂ ਆਟੋ ਚਲਾਉਣਾ ਜੀ ਤੇ 20 ਤਰੀਕ ਦੀ ਰਾਤ ਨੂੰ ਮੇਰੇ ਆਟੋ ਦੀ ਬੈਟਰੀ ਚੋਰੀ ਹੋਈ ਹੈ ਜੀ। ਮੈਨੂੰ ਸਵੇਰੇ ਪਤਾ ਲੱਗਿਆ ਤੇ ਮੈਨੂੰ ਕੋਈ ਜ਼ਰੂਰੀ ਕੰਮ ਸੀਗਾ ਤੇ ਮੈਂ ਜਲਦੀ ਨਾਲ ਨਿਕਲ ਗਿਆ ਘਰੋਂ। ਉਸ ਤੋਂ ਬਾਅਦ ਦੁਪਹਿਰ ਦੇ 2-2:30 ਵਜੇ ਘਰੇ ਮੁਲਾਜ਼ਮ ਆਉਂਦੇ, ਉਦੋਂ ਮੈਂ ਘਰ ਨਹੀਂ ਸੀਗਾ, ਮੇਰੇ ਘਰ ਵਾਲੀ ਸੀ ਘਰ, ਤੇ ਉਹ ਆ ਕੇ ਕਹਿੰਦੇ ਵੀ ਸਤਨਾਮ ਨਾਲ ਗੱਲ ਕਰਾਓ। ਮੇਰੇ ਨਾਲ ਉਹਨਾਂ ਨੇ ਫੋਨ ਤੇ ਗੱਲ ਕੀਤੀ, ਕਹਿੰਦੇ ਵੀ ਤੂੰ ਨਹੀਂ ਆਇਆ ਚੌਂਕੀ ਤੇ ਅਸੀਂ ਆ ਗਏ। ਮੈਂ ਕਿਹਾ ਸਰ ਮੈਨੂੰ ਜ਼ਰੂਰੀ ਕੰਮ ਸੀ ਇਸ ਕਰਕੇ ਮੈਂ ਆ ਨਹੀਂ ਸਕਿਆ। ਫਿਰ ਉਹ ਕਹਿੰਦੇ ਸ਼ਾਮ ਨੂੰ ਸਾਨੂੰ ਚੌਂਕੀ ਆ ਕੇ ਮਿਲ 5-6 ਵਜੇ। ਮੈਂ ਕਿਹਾ ਠੀਕ ਹੈ ਜੀ। ਸ਼ਾਮ ਨੂੰ ਮੈਂ 6 ਵਜੇ ਫਿਰ ਆ ਕੇ ਚੌਂਕੀ ਮਿਲਿਆ ਜੀ ਉਹਨਾਂ ਨੂੰ। ਕੀ ਗੱਲਬਾਤ ਕੀ ਹੋਈ? ਉਹਨਾਂ ਦਾ ਜਿਹੜੇ ਮੁਲਾਜ਼ਮ ਨਾਲ ਮੇਰੀ ਗੱਲ ਹੋਈ ਸੀ, ਹੌਲਦਾਰ ਕੁਲਦੀਪ ਸਿੰਘ ਸੀਗੇ, ਤੇ ਉਹ ਮੈਨੂੰ ਕਹਿੰਦੇ ਵੀ ਤੇਰੀ ਬੈਟਰੀ ਕਿੰਨੇ ਦੀ ਹੈ? ਮੈਂ ਕਿਹਾ 4450 ਦੀ ਹੈ। ਤੇ ਕਹਿੰਦੇ ਜੇ ਤੂੰ ਅਦਾਲਤ ਦੇ ਰਾਹੀਂ ਲਏਗਾ ਤਾਂ ਤੇਰੇ ਖਰਚਾ ਹੋਊਗਾ, ਇਹ ਹੋਊਗਾ ਉਹ ਹੋਊ। ਮੈਂ ਕਿਹਾ ਜੀ ਫਿਰ ਦੱਸੋ ਕਿਵੇਂ ਕਰਨਾ ਪਊ? ਉਹ ਕਹਿੰਦੇ 2000 ਰੁਪਇਆ ਖਰਚਾ ਲੱਗੂਗਾ। ਮੈਂ ਕਿਹਾ ਸਰ ਮੈਂ ਆਟੋ ਚਲਾਉਣਾ, ਆਟੋ ਦਾ ਤਾਂ ਪਹਿਲਾਂ ਹੀ ਬਹੁਤ ਮੰਦਾ ਵੀ ਮੈਂ 2000 ਨਹੀਂ ਦੇ ਸਕਦਾ। ਆਂਦੇ ਵੇਖ ਲਾ ਫਿਰ, ਨਹੀਂ ਤੂੰ ਉਲਝੇਗਾ ਇਹ ਉਹ, ਤੇ 1500 ਕਰ ਦੇ। ਮੈਂ ਕਿਹਾ ਸਰ ਨਹੀਂ ਇੰਨੇ ਹੋ ਸਕਦੇ, ਤੁਸੀਂ ਅਫਸਰ ਬੰਦੇ ਹੋ, ਤੁਸੀਂ ਮੇਰੇ ਘਰੇ ਜਾ ਕੇ ਆਏ ਹੋ, ਘਰ ਦੇ ਹਾਲਾਤ ਵੇਖ ਕੇ ਆਏ ਹੋ, ਮੇਰੇ ਕੋਲੇ ਇੰਨੀ ਗੁੰਜਾਇਸ਼ ਹੈ ਨਹੀਂ ਗੀ। ਫਿਰ ਕਰਦੇ ਮੈਂ ਕਿਹਾ ਚਲੋ ਜੀ ਮੈਂ ਫੜ ਦੜ ਕੇ 500 ਰੁਪਇਆ ਦੇ ਦੂੰਗਾ ਤੁਹਾਨੂੰ। ਤੇ ਉਹ ਕਹਿੰਦੇ ਨਹੀਂ 500 ਨਾਲ ਨਹੀਂ ਗੱਲ ਬਣਨੀ, ਫਿਰ ਤੂੰ ਕਚਹਿਰੀ ਦੇ ਰਾਹੀਂ, ਤੂੰ ਅਦਾਲਤ ਦੇ ਰਾਹੀਂ ਲੈ ਲਈ ਬੈਟਰੀ। ਫਿਰ ਉਹਨਾਂ ਨੇ ਮੇਰੇ ਤੋਂ ਇੱਕ ਕਾਗਜ਼ ਤੇ ਸਾਈਨ ਕਰਾ ਲਏ, ਉੱਪਰ ਮੇਰਾ ਐਡਰੈਸ ਲਿਖ ਕੇ, ਕਾਗਜ਼ ਦੇ ਵਿੱਚ ਥੋੜੀ ਸਪੇਸ ਛੱਡ ਕੇ ਥੱਲੇ ਸਾਈਨ ਕਰਾ ਕੇ ਮੈਨੂੰ ਘਰ ਭੇਜ ਦਿੱਤਾ ਜੀ। ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਤਹਿਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਨੂੰ ਬਰਖਾਸਤ ਕਰ ਦਿੱਤਾ। ਮੰਤਰੀ ਦੇ ਖਿਲਾਫ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੋਣ ਦੇ ਠੋਸ ਸਬੂਤ ਮਿਲੇ ਹਨ ਤੇ ਅਧਿਕਾਰੀਆਂ ਤੋਂ ਠੇਕੇ ਤੇ 1% ਕਮਿਸ਼ਨ ਦੀ ਮੰਗ ਕਰਨ ਵਾਲੇ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ। ਦੇਸ਼ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ ਤੇ ਸਖਤ ਐਕਸ਼ਨ ਲਿਆ। ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਇਹ ਵੱਡੀ ਕਾਰਵਾਈ ਹੈ ਤੇ 1% ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਦਾ ਇਹ ਕਹਿਣਾ ਹੈ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਪਣੇ ਹੀ ਇੱਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਅੱਜ ਦੇਸ਼ ਵਿੱਚ ਅਜਿਹਾ ਦੂਜੀ ਵਾਰ ਹੋਇਆ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਤਹਿ ਦਿਲੋਂ ਇਮਾਨਦਾਰ ਸਰਕਾਰ ਹੈ। ਅਸੀਂ 1 ਰੁਪਈਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਜਦੋਂ ਚੋਣ ਪ੍ਰਚਾਰ ਦੌਰਾਨ ਮੈਂ ਪਿੰਡਾਂ, ਸ਼ਹਿਰਾਂ, ਕਸਬਿਆਂ ਜਾਂਦਾ ਸੀ ਤਾਂ ਮੈਂ ਲੋਕਾਂ ਦੀਆਂ ਅੱਖਾਂ 'ਚੋਂ ਇੱਕ ਉਮੀਦ ਦੇਖਦਾ ਸੀ। ਲੋਕਾਂ ਦੇ ਚਿਹਰਿਆਂ ਤੋਂ ਮੈਨੂੰ ਇੱਕ ਉਮੀਦ ਨਜ਼ਰ ਆਉਂਦੀ ਸੀ ਕਿ ਸ਼ਾਇਦ ਕੋਈ ਐਸਾ ਆਵੇਗਾ ਜਿਹੜਾ ਸਾਨੂੰ ਭ੍ਰਿਸ਼ਟਾਚਾਰ ਦੀ, ਕਰਪਸ਼ਨ ਦੀ ਦਲਦਲ 'ਚੋਂ ਕੱਢ ਲੇਗਾ। ਤੇ ਜਦੋਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਮੈਨੂੰ ਕਿਹਾ ਸੀ ਕਿ ਭਗਵੰਤ, ਮੈਂ 1 ਪੈਸੇ ਦੀ ਵੀ ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕਰ ਸਕਦਾ। ਤਾਂ ਮੈਂ ਉਹਨਾਂ ਨੂੰ ਵਚਨ ਦਿੱਤਾ ਸੀ ਕਿ ਜੀ ਬਿਲਕੁਲ ਇੱਦਾਂ ਹੀ ਹੋਊਗਾ। ਆਪਣੀ ਪਾਰਟੀ ਜਿਹੜੀ ਹੈ ਉਹ ਇੱਕ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ, ਕਰਪਸ਼ਨ ਦੇ ਖਿਲਾਫ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ। ਤੇ ਭਾਵੇਂ ਕੋਈ ਆਪਣਾ ਹੀ ਹੋਵੇ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਮੇਰੇ ਧਿਆਨ 'ਚ ਇੱਕ ਕੇਸ ਆਇਆ ਜਿਹਦੇ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ 'ਚੋਂ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖਰੀਦੋ ਫਰੋਖਤ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ। ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ, ਨਾ ਤਾਂ ਮੀਡੀਆ ਨੂੰ ਪਤਾ ਹੈ, ਨਾ ਵਿਰੋਧੀ ਪਾਰਟੀਆਂ ਨੂੰ ਪਤਾ। ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ, ਪਰ ਜੇ ਮੈਂ ਇੱਦਾਂ ਕਰਦਾ ਤਾਂ ਆਪਣੀ ਜ਼ਮੀਰ ਨਾਲ ਵੀ ਧੋਖਾ ਕਰਦਾ ਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਉਹਨਾਂ ਦਾ ਮੈਂ ਵਿਸ਼ਵਾਸ ਤੋੜਦਾ। ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਿਹਾ, ਉਹਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰ ਰਿਹਾ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਿਹਾ। ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਗਲਾ, ਜਿਹੜੇ ਕਿ ਸਿਹਤ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇਹ ਘਪਲੇਬਾਜ਼ੀਆਂ ਕੀਤੀਆਂ ਤੇ ਉਹਨਾਂ ਨੇ ਇਹ ਗੁਨਾਹ
ਕਬੂਲ ਵੀ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਜ਼ੀਰੋ ਟੋਲਰੈਂਸ ਰੱਖੂਗੀ ਭ੍ਰਿਸ਼ਟਾਚਾਰ ਦੇ ਖਿਲਾਫ। ਇਤਿਹਾਸ ਦੇ ਵਿੱਚ ਭਾਰਤ ਦੇ 75 ਸਾਲ ਆਜ਼ਾਦੀ ਦੇ ਹੋਣ ਵਾਲੇ ਨੇ, ਇਤਿਹਾਸ ਦੇ ਵਿੱਚ ਦੂਜੀ ਵਾਰ ਇਹ ਕੰਮ ਹੋ ਰਿਹਾ। ਇੱਕ ਵਾਰ 2015 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਫੂਡ ਸਪਲਾਈ ਮਿਨਿਸਟਰ ਨੂੰ ਇੱਕ ਆਡੀਓ ਫੋਨ ਤੇ ਪੈਸੇ ਮੰਗਣ ਦੇ ਚਾਰਜ ਦੇ ਹੇਠ ਬਰਖਾਸਤ ਵੀ ਕੀਤਾ ਸੀ ਤੇ ਉਹਦਾ ਕੇਸ ਜਿਹੜਾ CBI ਨੂੰ ਦਿੱਤਾ ਸੀ। ਤੇ ਮੈਂ ਸਾਰੇ ਅਫਸਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਜਾਂ ਰਸੂਖਦਾਰ ਜਿਹੜੇ ਵੀ ਹੈਗੇ ਨੇ, ਚਾਹੇ ਸਾਡੇ ਆਪਣੇ ਨੇ ਚਾਹੇ ਬੇਗਾਨੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ 1 ਰੁਪਏ ਦਾ ਵੀ ਭ੍ਰਿਸ਼ਟਾਚਾਰ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰੂੰਗਾ। ਉਹ ਆਪਣੇ ਆਪ ਹੀ ਠੀਕ ਹੋ ਜਾਣ, ਨਹੀਂ ਤਾਂ ਸਖਤ ਕਾਰਵਾਈ ਲਈ ਤਿਆਰ ਰਹਿਣ। ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਾ ਕੇ ਜਦੋਂ ਅਸੀਂ ਸਹੁੰ ਖਾਧੀ ਸੀ, ਅਸੀਂ ਇਹੀ ਕਿਹਾ ਸੀ, ਇਹੀ ਉੱਥੇ ਅਰਦਾਸ ਕੀਤੀ ਸੀ ਕਿ ਸ਼ਹੀਦ ਆਜ਼ਮ ਜਿਨ੍ਹਾਂ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੋ ਜਿਹਾ ਹੋਊਗਾ, ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ, ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੀ ਆ ਉਹ ਲੋਕਾਂ ਤੱਕ ਲੈ ਕੇ ਜਾਣੀ ਹੈ, ਕਰਪਸ਼ਨ ਫਰੀ ਪੰਜਾਬ ਬਣਾਉਣਾ ਹੈ। ਜਦੋਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਸਪੂਤ ਭਾਰਤ ਮਾਂ ਦੇ ਇੱਥੇ ਰਹਿਣਗੇ ਤੇ ਮੇਰੇ ਵਰਗੇ ਹਜ਼ਾਰਾਂ ਉਹਨਾਂ ਦੇ ਸਿਪਾਹੀ ਉਹਨਾਂ ਦਾ ਸਾਥ ਦੇਣਗੇ ਤਾਂ ਇਹ ਦੇਸ਼ ਬਦਲ ਸਕਦਾ ਹੈ। ਆਪਣੇ ਇੱਕ ਧਾਰਨਾ ਹੈ ਕਿ ਨਹੀਂ ਕਰਪਸ਼ਨ ਦਾ ਸਿਸਟਮ ਬਹੁਤ ਗੂੜਾ ਹੈ ਜੀ, ਬਹੁਤ ਗਹਿਰਾ ਹੈ ਜੀ, ਇਹ ਟੁੱਟ ਨਹੀਂ ਸਕਦਾ, ਤਾਣਾ ਬਾਣਾ ਉਲਝਿਆ ਹੋਇਆ ਹੈ। ਬਿਲਕੁਲ ਇਹ ਟੁੱਟ ਸਕਦਾ ਹੈ ਜੇ ਨੀਅਤ ਸੱਚੀ ਹੋਵੇ। ਸੋ ਅਰਵਿੰਦ ਕੇਜਰੀਵਾਲ ਜੀ ਦੇ ਦੱਸੇ ਹੋਏ ਰਸਤੇ 'ਤੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਇੱਕ ਇਤਿਹਾਸਕ ਫੈਸਲਾ ਲਿਆ ਗਿਆ। ਕਈ ਵਿਰੋਧੀ ਪਾਰਟੀਆਂ ਕਹਿਣਗੀਆਂ ਦੇਖੋ ਜੀ 2 ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਇੱਕ ਮੰਤਰੀ ਜਿਹੜਾ ਉਹ ਕਰਪਸ਼ਨ ਦੇ ਵਿੱਚ ਆ ਗਿਆ, ਤਾਂ ਉਹਤੇ ਕਾਰਵਾਈ ਵੀ ਤਾਂ ਮੈਂ ਹੀ ਕਰ ਰਿਹਾ। ਵਿਰੋਧੀ ਪਾਰਟੀ ਨੂੰ ਤਾਂ ਪਤਾ ਵੀ ਨਹੀਂ ਸੀ। ਉਹਨਾਂ ਦੇ ਵੀ ਮੁੱਖ ਮੰਤਰੀ ਇਹ ਕਹਿੰਦੇ ਰਹੇ ਨੇ ਕਿ ਸਾਨੂੰ ਪਤਾ ਸੀ ਕਿ ਇੰਨੇ ਮੰਤਰੀ ਸਾਡੇ ਮਾਫੀਆ ਦੇ ਵਿੱਚ ਇਨਵੋਲਵ ਨੇ, ਪਰ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਇਹ ਗੱਲ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੂੰਗਾ। ਸੋ ਜੇ ਨੀਅਤ ਸੱਚੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਅਤੇ ਅੱਜ ਇਸ ਇਤਿਹਾਸਕ ਫੈਸਲੇ ਦੇ ਵਿੱਚ ਮੈਂ ਆਪਣੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਦੇ ਇੱਕ ਭ੍ਰਿਸ਼ਟਾਚਾਰੀ ਮੰਤਰੀ ਨੂੰ ਬਰਖਾਸਤ ਵੀ ਕਰ ਰਿਹਾ ਅਤੇ ਉਹਦੇ ਖਿਲਾਫ ਪੁਲਿਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਵੀ ਦੇ ਰਿਹਾ। ਦੇਸ਼ ਬਦਲਾਂਗੇ, ਜ਼ਰੂਰ ਬਦਲਾਂਗੇ, ਤੁਹਾਡਾ ਸਾਥ ਚਾਹੀਦਾ ਹੈ। ਭਾਰਤ ਮਾਤਾ ਕੀ ਜੈ, ਇਨਕਲਾਬ ਜ਼ਿੰਦਾਬਾਦ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।